ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਤੋਂ 8 ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਔਰ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਰੂਬਰੂ ਕੀਤੇ ਜਾਣ ਔਰ ਜਿਨ੍ਹਾਂ ਦੀ ਪਹੁੰਚ ਔਰ ਜਿਨ੍ਹਾਂ ਦਾ ਕੁਝ ਯੋਗਦਾਨ ਸਮਾਜ ਦੇ ਲਈ ਹੋਵੇ, ਲਾਭਦਾਇਕ ਹੋਵੇ, ਅਜਿਹੀ ਜਾਣਕਾਰੀ ਸੀ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੁੰਦੇ ਹਾਂ। ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ। ਔਰ ਇੱਕ ਗੱਲ ਹੋਰ ਮੈਂ ਦੱਸਦਾ ਚਾਹਾਂ ਕਿ ਜਦੋਂ ਕਦੇ ਤੁਹਾਡਾ ਲੱਗਦਾ ਕਿ ਤੁਹਾਡਾ ਪ੍ਰੋਗਰਾਮ ਮਿਸ ਹੋ ਗਿਆ, ਕੋਈ ਜਿੰਨੇ ਵੀ ਪ੍ਰੋਗਰਾਮ ਵਿਜ਼ਨ ਪੰਜਾਬ ਟੀਵੀ 'ਤੇ ਚੱਲਦੇ ਨੇ, ਕੋਈ ਪ੍ਰੋਗਰਾਮ ਮਿਸ ਕੀਤਾ ਤੁਸੀਂ ਨਹੀਂ ਦੇਖ ਸਕੇ, ਤਾਂ ਤੁਸੀਂ ਸਰਚ ਕਰਨਾ ਹੈ ਫੇਸਬੁੱਕ 'ਤੇ ਜਾ ਕੇ ਵਿਜ਼ਨ ਪੰਜਾਬ ਟੀਵੀ ਕੈਨੇਡਾ। ਉਹਦੇ ਉੱਪਰ ਸਰਚ ਕਰੋਗੇ ਤਾਂ ਸਾਰੇ ਦੇ ਸਾਰੇ ਪ੍ਰੋਗਰਾਮ ਜਿੰਨੇ ਵੀ ਲਾਈਵ ਟਾਕ ਸ਼ੋਅ ਹੁੰਦੇ ਨੇ ਜਾਂ ਰਿਕਾਰਡਡ ਸ਼ੋਅ ਹੁੰਦੇ ਨੇ, ਸਾਰੇ ਦੇ ਸਾਰੇ ਪ੍ਰੋਗਰਾਮ ਉਹਦੇ ਉੱਪਰ ਉਪਲਬਧ ਹਨ। ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਆ। ਔਰ ਪ੍ਰੋਗਰਾਮ ਦੇ ਦੌਰਾਨ ਜਦੋਂ ਵੀ ਤੁਸੀਂ ਕੋਈ ਕਾਲ ਕਰਨੀ ਹੈ ਜਾਂ ਤੁਸੀਂ ਕੋਈ ਆਪਣਾ ਸੁਝਾਅ, ਕੋਈ ਸਵਾਲ ਜਾਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਜਾਗਰੂਕਤਾ ਫੈਲ ਸਕੇ, ਤਾਂ ਸਕਰੀਨ ਦੇ ਥੱਲੇ, ਬਿਲਕੁਲ ਥੱਲੇ ਤੁਸੀਂ ਦੇਖੋਗੇ ਇੱਕ ਨੰਬਰ ਫਲੈਸ਼ ਹੋ ਰਿਹਾ 905 790 9099 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਆ। ਸੋ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਉਹ ਹੈ ਸਿਕਿਉਰਿਟੀ ਨਾਲ ਸੰਬੰਧਿਤ ਹੈ, ਕਿਉਂਕਿ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਪੁਲਿਸ ਤੋਂ ਬਾਅਦ ਸਿਕਿਉਰਿਟੀ ਸਿਸਟਮ ਦਾ ਇੱਕ ਅਹਿਮ ਯੋਗਦਾਨ ਹੈ, ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਸਿਕਿਉਰਿਟੀ ਸਿਸਟਮ। ਔਰ ਇਹ ਵੀ ਕਹਿ ਲਈਏ ਕਿ ਜੇ ਇੱਕ ਸਕੇ ਭਰਾ ਦੇ ਤੌਰ 'ਤੇ ਪੁਲਿਸ ਮਹਿਕਮੇ ਦੇ ਨਾਲ ਮੋਢਾ ਜੋੜ ਕੇ ਜਿਹੜੀ ਇਹ ਸਿਕਿਉਰਿਟੀ ਸਿਸਟਮ ਹੈ ਆਪਣੀ ਜਿਹੜੀ ਯੋਗਦਾਨ ਔਰ ਭੂਮਿਕਾ ਨਿਭਾਉਂਦੀ ਆ ਰਹੀ ਆ। ਔਰ ਇੰਨਾ ਕੁ ਜ਼ਿਆਦਾ ਰੋਲ ਇਹਨਾਂ ਦਿਨਾਂ ਦੇ ਵਿੱਚ, ਮੈਂ ਕੋਵਿਡ-19 ਦੀ ਗੱਲ ਕਰ ਰਿਹਾ, ਕੋਵਿਡ-19 ਦੇ ਦਿਨਾਂ ਦੇ ਵਿੱਚ ਸਿਕਿਉਰਿਟੀ ਸਿਸਟਮ ਇੰਨਾ ਕੁ ਜ਼ਿਆਦਾ ਆਪਣਾ ਯੋਗਦਾਨ ਔਰ ਆਪਣੀਆਂ ਸੇਵਾਵਾਂ ਦੇ ਰਿਹਾ, ਉਹ ਵੀ ਇੱਕ ਕਾਬਿਲੇ ਤਾਰੀਫ ਹੈ। ਪਰ ਮੈਂ ਇਹ ਗੱਲ ਜ਼ਰੂਰ ਇੱਥੇ ਦੱਸਣੀ ਚਾਹੁੰਦਾ ਕਿ ਸਿਕਿਉਰਿਟੀ ਦੇ ਵਿੱਚ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਕਿ ਨੌਜਵਾਨ ਬੱਚੇ, ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਨੇ, ਉਹਨਾਂ ਦੀ ਇੱਕ ਪਹਿਲੀ ਪਸੰਦ ਹੁੰਦੀ ਹੈ ਕਿ ਸਿਕਿਉਰਿਟੀ ਦੇ ਵਿੱਚ ਜਾਇਆ ਜਾਵੇ। ਜੇ ਉਹਨਾਂ ਨੂੰ ਟਰੱਕ ਲਾਇਸੈਂਸ ਨਹੀਂ ਮਿਲਦਾ ਤਾਂ ਸਿਕਿਉਰਿਟੀ ਦੇ ਵਿੱਚ ਜਾਣਾ ਉਹ ਬਿਹਤਰ ਸਮਝਦੇ ਨੇ। ਕਿਉਂ? ਉਹਦੇ ਪਿੱਛੇ ਕੀ ਕਾਰਨ ਨੇ? ਕੀ ਸਿਕਿਉਰਿਟੀ ਦੀ ਜੋਬ ਵਾਕਈ ਬਹੁਤ ਸੌਖੀ ਹੈ? ਕੀ ਸਿਕਿਉਰਿਟੀ ਦੇ ਵਿੱਚ ਬਹੁਤ ਆਰਾਮਦਾਰੀ ਹੈ ਕਿ ਤੁਸੀਂ ਆਪਣੇ ਡਰੈਸ ਸੂਟਡ ਬੂਟਡ ਹੋ ਕੇ ਤੇ ਬਸ ਆਰਾਮ ਦੇ ਨਾਲ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਖੜ੍ਹ ਜਾਣਾ ਤੇ ਸਿਕਿਉਰਿਟੀ ਹੋ ਗਈ? ਕੀ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਕੋਈ ਯੋਗਦਾਨ ਪੈ ਰਿਹਾ? ਔਰ ਸਿਕਿਉਰਿਟੀ ਨਾਲ ਸੰਬੰਧਿਤ ਬਹੁਤ ਸਾਰੇ ਅਜਿਹੇ ਕੁਐਸਚਨ ਨੇ। ਅਗਰ ਤੁਹਾਡਾ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ 905 790 9099 ਤੇ ਕਾਲ ਕਰਨੀ ਹੈ। ਔਰ ਮੈਂ ਬਹੁਤ ਸਵਾਗਤ ਕਰਦਾ ਉਚੇਚੇ ਤੌਰ 'ਤੇ ਸਟੂਡੀਓ ਦੇ ਵਿੱਚ ਸਿਕਿਉਰਿਟੀ ਨਾਲ ਜੁੜੇ ਹੋਏ ਕਾਫੀ ਲੰਬੇ ਅਰਸੇ ਤੋਂ ਸੁਖਦੀਪ ਦਿਓਲ ਜੀ, ਜੋ ਕਿ CEO ਨੇ D&G ਕੰਪਨੀ ਦੇ, ਉਹਨਾਂ ਦਾ ਸਵਾਗਤ ਕਰਦਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਰਮਨ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਔਰ ਸਾਰੇ ਦਰਸ਼ਕਾਂ ਨੂੰ ਜਿਹੜੇ ਸਾਨੂੰ ਦੇਖ ਰਹੇ ਨੇ, ਸਤਿ ਸ੍ਰੀ ਅਕਾਲ, ਆਦਾਬ, ਨਮਸਤੇ ਜੀ। ਔਰ ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਸਿਕਿਉਰਿਟੀ ਪ੍ਰੋਫੈਸ਼ਨ ਕਿੱਤੇ ਬਾਰੇ ਜੀ, ਤੁਸੀਂ ਬਾਖੂਬ ਬਿਆਨ ਕੀਤਾ, ਇਹਨੂੰ ਪੂਰੀ ਤਰ੍ਹਾਂ ਦੱਸਿਆ ਕਿ ਬਹੁਤੇ ਲੋਕ ਇਸ ਨੂੰ ਇੱਕ ਹਲਕੇ ਤੌਰ 'ਤੇ ਲੈਂਦੇ ਆ ਕਿ ਇੱਕ ਬੜਾ ਸੁਖਾਲਾ ਜਿਹਾ ਕੰਮ ਹੈ, ਡਰੈਸ ਪਾ ਕੇ, ਯੂਨੀਫਾਰਮ ਪਾ ਕੇ ਜਾ ਕੇ ਖੜੇ ਹੋ ਜਾਓ ਜੀ। ਆਪਾਂ ਪੰਜਾਬੀ ਕਹਿੰਦੇ ਦਿਹਾੜੀ ਲਾਓ ਤੇ ਪੈਸੇ ਲਾਓ ਤੇ ਘਰ ਨੂੰ ਆ ਜਾਓ। ਉਹ ਐਕਚੁਅਲੀ ਅਸਲੀਅਤ ਦੇ ਵਿੱਚ ਇਹ ਪ੍ਰੋਫੈਸ਼ਨ ਇੰਨਾ ਸੁਖਾਲਾ ਨਹੀਂ ਹੈ ਜੀ, ਕਿਉਂਕਿ ਪ੍ਰੋਫੈਸ਼ਨ ਆਮ ਦੂਸਰੇ ਜਿਹੜੇ ਵੱਡੇ ਮੇਨ ਕਿੱਤੇ ਹੈ, ਚਾਹੇ ਉਹ ਵਕੀਲ ਨੇ, ਚਾਹੇ ਅਕਾਊਂਟੈਂਟ ਨੇ, ਚਾਹੇ ਡਾਕਟਰ ਹੈ, ਚਾਹੇ ਨਰਸ ਹੈ, ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਉਹਨੂੰ ਰੈਗੂਲੇਟ ਕਰਦੀ ਹੈ। ਲਾਇਸੈਂਸ ਲੈਣਾ ਪੈਂਦਾ ਹੈ, ਉਹਦੇ ਲਈ ਕੁਆਲੀਫਾਈ ਕਰਨਾ ਪੈਂਦਾ ਹੈ, ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ ਹੈ ਔਰ ਟੈਸਟ ਪਾਸ ਕਰਨਾ ਪੈਂਦਾ ਹੈ। ਐਂਡ ਫਿਰ ਅਸੀਂ ਇੱਕ ਐਕਟ ਹੈ ਜੋ ਇਸ ਕਿੱਤੇ ਨੂੰ ਗਵਰਨ ਕਰਦਾ ਹੈ, ਉਹਨੂੰ ਕਹਿੰਦੇ PSISA, ਪ੍ਰਾਈਵੇਟ ਸਿਕਿਉਰਿਟੀ ਇਨਵੈਸਟੀਗੇਸ਼ਨ ਐਂਡ ਇਨਵੈਸਟੀਗੇਸ਼ਨ ਸਰਵਿਸਿਜ਼ ਐਕਟ ਜੀ। ਇਹ 2005 ਤੋਂ ਲਾਗੂ ਹੋਇਆ ਹੈ ਔਰ ਇਹ ਪੂਰਾ ਤੁਹਾਨੂੰ ਮਿਨਿਸਟਰੀ ਦੀ ਵੈਬਸਾਈਟ 'ਤੇ ਮਿਲ ਜੂਗਾ। ਜੇ ਅਸੀਂ ਮਿਨਿਸਟਰੀ ਓਨਟਾਰੀਓ ਗਵਰਨਮੈਂਟ ਦੀ ਸਰਚ ਕਰਦੇ ਹਾਂ ਤਾਂ ਉਹਦੇ 'ਤੇ ਅਸੀਂ ਸਰਚ ਵਾਲੇ ਕਾਲਮ ਦੇ ਵਿੱਚ ਸਿਕਿਉਰਿਟੀ ਗਾਰਡ ਲਾਇਸੈਂਸਿੰਗ ਲਿਖਾਂਗੇ ਤਾਂ ਸਾਨੂੰ ਸਿੱਧਾ ਉੱਥੇ ਉਹ ਗਾਈਡ ਕਰਕੇ ਲੈ ਜਾਊਗਾ। ਸੋ ਬਹੁਤ ਸਾਰੇ ਅਜਿਹੇ ਕੁਐਸਚਨ ਨੇ, ਅਜਿਹੇ ਸਵਾਲ ਨੇ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ। ਬਹੁਤ ਇਹਦੇ ਨਾਲ ਲੜੀ ਜੁੜੀ ਹੋਈ ਹੈ। ਔਰ ਦਰਸ਼ਕੋ, ਅਗਰ ਤੁਹਾਡਾ ਵੀ ਕੋਈ ਸਵਾਲ ਹੋਇਆ ਜਾਂ ਤੁਸੀਂ ਕੋਈ ਸੁਝਾਅ ਦੇਣੇ ਚਾਹੁੰਦੇ ਹੋ ਔਰ ਜਾਂ ਤੁਸੀਂ ਕੋਈ ਦੇਖਿਆ ਕਿ ਇਸ ਤਰ੍ਹਾਂ ਦਾ ਹੋਇਆ ਹੋਵੇ ਕਿ ਸਿਕਿਉਰਿਟੀ ਗਾਰਡ ਜਾਂ ਸਿਕਿਉਰਿਟੀ ਗਾਰਡ ਦੇ ਨਾਲ ਕੋਈ ਧੱਕਾ ਹੋ ਰਿਹਾ ਜਾਂ ਸਿਕਿਉਰਿਟੀ ਗਾਰਡ ਕਿਸੇ ਨਾਲ ਧੱਕਾ ਕਰ ਰਿਹਾ, ਉਹਦੇ ਬਾਰੇ ਵੀ ਤੁਸੀਂ ਆਪਣੀ ਜਿਹੜੀ ਕੋਈ ਸ਼ਿਕਾਇਤ ਹੈ ਜਾਂ ਤੁਸੀਂ ਕੋਈ ਉਹਦੇ ਨਾਲ ਕੋਈ ਚਾਹੁੰਦੇ ਆ ਕਿ ਸੁਝਾਅ ਦੇ ਕੇ ਕੋਈ ਉਸਨੂੰ ਬਿਹਤਰ ਬਣਾਇਆ ਜਾ ਸਕੇ, ਤਾਂ ਅੱਜ ਸਾਡੇ ਸਟੂਡੀਓ ਦੇ ਵਿੱਚ CEO ਕੰਪਨੀ ਦੇ DG
ਕੰਪਨੀ ਦੇ D&G ਕੰਪਨੀ ਦੇ ਜਿਹੜੇ CEO ਨੇ ਸੁਖਦੀਪ ਦਿਓਲ ਜੀ, ਉਹ ਹਾਜ਼ਰ ਨੇ ਔਰ ਕਿਸ ਤਰ੍ਹਾਂ ਹੋਰ ਬਿਹਤਰ ਕਰ ਸਕਦੇ ਨੇ ਇਹਨਾਂ ਨੂੰ ਜ਼ਰੂਰ ਆਪਣੇ ਸੁਝਾਅ ਦੇਣੇ ਆ ਤੁਸੀਂ। 905 790 9099 ਸਟੂਡੀਓ ਦਾ ਨੰਬਰ ਹੈ। ਸੋ ਦਿਓਲ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਚਰਚਾ ਨੂੰ ਲੜੀਵਾਰਤਾ ਦਈਏ, ਮੈਂ ਚਾਹਣਾ ਕਿ ਤੁਸੀਂ ਆਪਣੇ ਬਾਰੇ ਸੰਖੇਪ ਦੇ ਵਿੱਚ ਦੱਸੋ ਕਿ ਸਿਕਿਉਰਿਟੀ ਦੇ ਸਿਸਟਮ ਦੇ ਵਿੱਚ ਜਾਂ ਸਿਕਿਉਰਿਟੀ ਕਿੱਤੇ ਦੇ ਵਿੱਚ ਤੁਹਾਡਾ ਕਿਵੇਂ ਆਉਣਾ ਹੋਇਆ। ਰਮਨ ਜੀ, ਜਿਵੇਂ ਹਰ ਆਦਮੀ ਉੱਥੋਂ ਮਾਈਗ੍ਰੇਟ ਕਰਕੇ ਆਉਂਦਾ ਇੰਡੀਆ, ਤਾਂ ਆਪਾਂ ਇਮੀਗ੍ਰੇਸ਼ਨ ਸਿਸਟਮ ਦੇ ਥਰੂ ਆਉਨੇ ਆ। ਮੈਂ ਦੂਸਰੇ ਢੰਗਾਂ ਦੀ ਜ਼ਿਕਰ ਨਹੀਂ ਕਰੂੰਗਾ ਬਟ ਕਿਉਂਕਿ ਅਸੀਂ ਇਹ 2002 ਦੇ ਵਿੱਚ ਕੈਨੇਡਾ ਗਵਰਨਮੈਂਟ ਨੇ ਇੰਡੀਆ ਤੋਂ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਕੁਆਲੀਫਾਈਡ ਐਕਸਪੀਰੀਅੰਸ ਬੰਦੇ ਨੇ ਔਰ ਉੱਥੇ ਜਿਨ੍ਹਾਂ ਨੂੰ ਇਹ ਕਹਿੰਦੇ ਹੁੰਦੇ ਸੀਗੇ ਕਿ ਵਾਈਟ ਕਾਲਰ ਨੇ, ਉਹਨਾਂ ਨੂੰ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ, ਉਹਦਾ ਨਾਂ ਰੱਖਿਆ ਸੀ ਐਕਸਲਰੇਟਿਡ ਇਕਨੋਮਿਕ ਕਲਾਸ ਇਮੀਗ੍ਰੇਸ਼ਨ। ਅੱਛਾ। ਉਹ ਇੱਕ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ, ਕੈਨੇਡੀਅਨ ਪ੍ਰਧਾਨ ਮੰਤਰੀ ਨੇ, ਤੇ ਉਸ ਦੇ ਵਿੱਚ ਮੈਂ ਅਪਲਾਈ ਕੀਤਾ ਤੇ ਮੇਰੀ ਨੰਬਰ 2004 ਚ ਆਇਆ। ਐਂਡ ਦੈਨ ਉਹ ਮੈਂ ਇੱਥੇ ਆ ਗਿਆ, ਮੇਰੇ ਆਉਂਦਿਆਂ ਸਾਰੀ ਉਹ ਪਾਇਲਟ ਪ੍ਰੋਗਰਾਮ ਬੰਦ ਹੋ ਗਿਆ। ਤਾਂ ਮੈਂ ਉੱਥੇ ਗਵਰਨਮੈਂਟ ਆਫ ਇੰਡੀਆ ਪਬਲਿਕ ਸੈਕਟਰ ਅੰਡਰਟੇਕਿੰਗ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ, ਇੱਕ ਪ੍ਰੀਮੀਅਰ ਬਲੂ ਚਿਪ ਕੰਪਨੀ ਸੀਗੀ, ਸਾਡਾ $1 ਬਿਲੀਅਨ ਦਾ ਟਰਨਓਵਰ ਸੀ। ਤੇ ਗਵਰਨਮੈਂਟ ਆਫ ਇੰਡੀਆ ਜੋ ਵੀ ਇੰਪੋਰਟ ਐਕਸਪੋਰਟ ਕਿਸੇ ਕਿਸਮ ਦਾ ਵੀ ਕਰਦੀ ਸੀ ਇੰਟਰਨੈਸ਼ਨਲੀ, ਉਹ ਸਾਡੇ ਥਰੂ ਹੁੰਦਾ ਸੀ, STC ਦੇ ਥਰੂ ਹੁੰਦਾ ਸੀ। ਮੈਂ ਉੱਥੇ ਸੀਨੀਅਰ ਮੈਨੇਜਰ ਸੀਗਾ ਤੇ ਐਕਸਪੋਰਟਸ ਦੇਖਦਾ ਸੀਗਾ, ਕੈਮੀਕਲ, ਡਰੱਗਸ, ਫਾਰਮਾਸਿਊਟੀਕਲਸ ਦੇ। ਤੇ ਜਦੋਂ ਮੇਰੀ ਸਿਲੈਕਸ਼ਨ ਹੋਈ ਤੇ ਮੈਂ ਉੱਥੋਂ ਫਿਰ ਉਹ ਜੌਬ ਕੁਇਟ ਕਰਕੇ, ਜਦੋਂ ਵੋਲੰਟਰੀ ਰਿਟਾਇਰਮੈਂਟ ਸਕੀਮ ਕਹਿੰਦੇ ਆ, VRS ਲੈ ਕੇ ਮੈਂ ਇੱਥੇ ਆ ਗਿਆ ਔਰ ਨਾਲ ਮੇਰੇ ਪੂਰੀ ਫੈਮਿਲੀ ਸੀ। ਮੈਂ ਕੋਈ 2 ਕਿਸ਼ਤੀਆਂ 'ਚ ਪੈਰ ਨਹੀਂ ਰੱਖੇ ਜਾਂ ਕੋਈ ਕੰਮ ਨਹੀਂ ਕੀਤਾ। ਔਰ ਮੈਂ ਇੱਥੇ ਆਉਣ ਤੋਂ ਬਾਅਦ ਸਭ ਕੁਝ ਮੈਂ ਸਮਝ ਲਿਆ ਸੀ, ਸਿੱਖ ਲਿਆ ਸੀ, ਵੈਬਸਾਈਟਸ ਤੋਂ ਪੜ੍ਹ ਲਿਆ ਸੀਗਾ ਕਿ ਕੀ ਹੁੰਦਾ ਨਵੇਂ ਇਮੀਗ੍ਰੈਂਟਸ ਨਾਲ। ਤੇ ਕੋਈ ਸਾਨੂੰ ਐਸਾ ਸ਼ੌਕ ਨਹੀਂ ਲੱਗਿਆ ਕਲਚਰਲ ਜਾਂ ਇਕਨੋਮਿਕਲ ਜਾਂ ਕਿਸੇ ਕਿਸਮ ਦਾ ਵੀ ਕਹਿ ਲਓ ਬਈ ਆਹ ਕੀ ਹੋ ਗਿਆ। ਉੱਥੇ ਹੀ ਚੰਗੇ ਸੀ, ਸਰਪ੍ਰਾਈਜ਼ ਕੋਈ ਨਹੀਂ ਹੋਇਆ, ਕੋਈ ਸਰਪ੍ਰਾਈਜ਼ ਨਹੀਂ ਸੀਗਾ। ਜਿਵੇਂ ਕਿ ਆਪਾਂ ਆਮ ਹੀ ਦੇਖਦੇ ਆ ਨਾ, ਜਿਹੜੇ ਜਿਵੇਂ ਇਮੀਗ੍ਰੈਂਟਸ ਆਉਂਦੇ ਨੇ ਜਾਂ ਕਈ ਵਾਰੀ ਬੱਚੇ ਆਉਂਦੇ ਨੇ ਜਾਂ ਪਰੇਸ਼ਾਨ ਹੋ ਜਾਂਦੇ ਆ, ਮਹੀਨਾ 2 ਮਹੀਨੇ ਤਾਂ ਮਤਲਬ ਉਹ ਸੈਡ ਸੌਂਗ ਹੀ ਸੁਣਦੇ ਰਹਿੰਦੇ। ਰਾਈਟ, ਉੱਦਾਂ ਦਾ ਕੁਝ ਨਹੀਂ ਹੋਇਆ ਜੀ। ਅਸੀਂ ਜਿਵੇਂ ਅੱਜ ਲੈਂਡ ਕੀਤੇ ਆ, ਮੇਰੇ ਇੱਕ ਦੋਸਤ ਨੇ ਮੇਰੀ ਕਾਫੀ ਮਦਦ ਕੀਤੀ, ਉਹਨੇ ਬੇਸਮੈਂਟ ਸਾਡੇ ਲਈ ਲੱਭ ਕੇ ਰੱਖੀ ਸੀ। 2 ਦਿਨ ਉਹਦੇ ਕੋਲ ਰਹੇ, ਤੀਸਰੇ ਦਿਨ ਅਸੀਂ ਉੱਥੇ ਚਲੇ ਗਏ ਐਂਡ ਆਪਣੀ ਸਭ ਸ਼ੁਰੂ ਕਰ ਦਿੱਤੀ, ਕੁਕਿੰਗ ਵੁਕਿੰਗ ਸਭ ਕੁਝ। ਐਂਡ ਉਹਨੇ ਸਾਡੀ ਕਾਫੀ ਮਦਦ ਕੀਤੀ। ਸ਼ੁਰੂ 'ਚ ਗੱਡੀ ਨਹੀਂ ਹੁੰਦੀ ਤੇ ਸਾਨੂੰ ਗਰੋਸਰੀ ਇਹ ਲੈ ਕੇ ਜਾਣਾ ਆਉਣਾ ਐਂਡ ਬਟ ਅਸੀਂ ਕਾਫੀ ਜਲਦੀ ਇਸਟੈਬਲਿਸ਼ ਹੋ ਗਏ। 4 ਜੀ ਸੀ ਅਸੀਂ, ਮੇਰੇ ਬੱਚੇ ਵੱਡੇ ਸੀ, ਬੇਟਾ ਮੇਰਾ 12ਵੀਂ ਕਰਕੇ ਆਇਆ ਸੀ ਐਂਡ ਬੇਟੀ ਮੇਰੀ 9ਵੀਂ ਸੀ, 9ਵੀਂ 'ਚ, ਹਾਂਜੀ 9ਵੀਂ ਸੀ। ਤਾਂ ਅਸੀਂ ਪ੍ਰਾਇਰਟੀ ਇਹ ਸੀਗੀ ਕਿ ਉਸੇ ਵੀਕ ਦੇ ਵਿੱਚ ਇਹਨਾਂ ਨੂੰ ਸਕੂਲ, ਮੁੰਡੇ ਨੂੰ, ਬੇਟੇ ਨੂੰ ਯੂਨੀਵਰਸਿਟੀ ਜੀ। ਐਂਡ ਉਹ ਸਿਸਟਮ 'ਚ ਅਸੀਂ ਜਦੋਂ ਪਏ ਤਾਂ ਥੋੜ੍ਹੇ ਸ਼ੌਕਸ ਲੱਗਣੇ ਸ਼ੁਰੂ ਹੋਏ ਬਟ ਬਿਕੋਜ਼ ਉੱਥੋਂ ਅਸੀਂ ਇੰਨਾ ਮੇਰਾ ਐਕਸਪੀਰੀਅੰਸ ਸੀਗਾ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਆਈ ਕੈਨ ਇਕੁਅਲੀ ਵਾਕ ਔਨ ਐਗਜ਼ੀਕਿਊਟਿਵ ਫਲੋਰਸ ਐਂਡ ਔਨ ਦਾ ਸ਼ਾਪ ਫਲੋਰ। ਕੰਫਰਟ ਲੈਵਲ ਨਾਲ ਮੈਂ ਕੰਮ ਕਰ ਸਕਦਾ, ਮੈਂ ਕਿਤੇ ਵੀ ਜਾ ਕੇ ਕਿਸੇ ਨਾਲ ਗੱਲ ਕਰ ਸਕਦਾ, ਆਪਣੇ ਹੱਕ ਮੰਗ ਸਕਦਾ। ਤਾਂ ਉਹ ਜਦੋਂ ਫਿਰ ਇਹਨਾਂ ਨੂੰ ਉੱਥੇ ਜੋ ਸਿਸਟਮ ਉਸ ਵੇਲੇ ਸੀਗਾ ਕਿ ਲੈਂਗੁਏਜ ਪ੍ਰੋਫੀਸ਼ੀਐਂਸੀ ਜਾਂਚੀ ਜਾਊਗੀ, ਅਸੀਂ ਸਾਰੇ IELTS ਕਰਕੇ ਆਏ ਸੀ ਜਦੋਂ ਕਿ ਜ਼ਰੂਰਤ ਨਹੀਂ ਸੀ, ਬੱਚੇ ਤੱਕ ਵੀ। ਅੱਛਾ। ਬ੍ਰਿਟਿਸ਼ ਕਾਉਂਸਲ ਨਿਊ ਦਿੱਲੀ ਤੋਂ ਬੱਚਿਆਂ ਨੂੰ ਕਰਾਈ ਸੀ ਔਰ ਮੈਂ ਪ੍ਰੋਪਰ IELTS ਜਿਹੜਾ ਇੰਟਰਨੈਸ਼ਨਲ ਹੈ ਉਹਦੇ ਤੋਂ ਮੈਂ ਦਿੱਲੀ 'ਚ ਐਗਜ਼ਾਮ ਦੇ ਕੇ ਤੇ ਉਹ ਆਪਣਾ ਕਿਸੇ ਚੀਜ਼ ਦੀ ਲੋੜ ਨਹੀਂ ਸੀ, ਸਾਰੇ ਕ੍ਰੈਡੈਂਸ਼ੀਅਲਸ ਵਗੈਰਾ ਮੈਂ ਆਪਣੇ ਟੈਸਟ ਕਰਾ ਕੇ ਲੈ ਆਇਆ ਸੀ ਉੱਥੋਂ। ਤਾਂ ਇੱਕ ਜ਼ਰੂਰ ਹੋਇਆ ਕਿ ਜਿਹੜੀ ਅੱਜ ਇੰਨੇ 15 ਸਾਲਾਂ ਬਾਅਦ ਚਾਹੇ ਸਾਡੇ NDP MP ਨੇ, ਆਪੋਜੀਸ਼ਨ ਦੇ ਲੀਡਰ ਨੇ, ਉਹਨਾਂ ਨੇ ਮੁੱਦਾ ਚੱਕਿਆ ਪਾਰਲੀਮੈਂਟ ਦੇ ਵਿੱਚ ਜਿਹਨੂੰ ਨਸਲਵਾਦ ਕਹਿ ਦਿੰਦੇ ਆਪਾਂ, ਔਰ ਉਹ ਜ਼ਰੂਰ ਦੇਖਿਆ ਔਰ ਉਹਦਾ ਬਿਲਕੁਲ ਕੀ ਕਹਿੰਦੇ ਆ ਵੀ ਨੰਗਾ ਰੂਪ ਦੇਖਿਆ ਕਿ ਜੀ ਉਹ ਹੱਡੀ ਹੰਡਾਇਆ ਜਿਹਨੂੰ ਕਹਿ ਲਓ ਕਿ ਵੀ ਐਸੇ ਸਿਚੁਏਸ਼ਨਸ ਆਈਆਂ। ਇੱਕ ਐਗਜ਼ਾਮਪਲ ਹੀ ਦੇ ਦੇਣਾ ਬੱਚਿਆਂ ਦੀ। ਬੱਚਿਆਂ ਨੂੰ ਉਹਨਾਂ ਨੇ ਫਟਾਫਟ ਜੋ ਸੀਗੇ ਟੈਸਟ ਵੈਸਟ ਇਹਨਾਂ ਦੇ ਪਾਸ ਕਰਕੇ ਉਹ ਗੋਰੀਆਂ ਦੇਖਣ ਉੱਤੇ ਥੱਲੇ, ਤੇ ਉਹ ਗੋਰੀ ਇੱਕ ਬੜੀ ਮਤਲਬ ਕੱਬੀ ਸੀ ਆਪਾਂ ਕਹਿ ਦਿੰਦੇ। ਮੈਨੂੰ ਪੈਂਦੀ ਹੋਈ ਕਹਿੰਦੀ ਕਿ why you want to waste taxpayers' money? Achha. Why you want to put your son in grade 12? He should go to the university. Achha. मैं क्या देखो मैडम गल इदा है, ਮੈਨੂੰ ਪਤਾ ਮੇਰਾ ਬੇਟਾ 12ਵੀਂ ਕਰਕੇ ਆਇਆ ਔਰ ਇਹਦਾ ਅੱਛਾ ਸਕੋਰ ਆ, ਸਾਰੇ ਕ੍ਰੈਡੈਂਸ਼ੀਅਲ ਤੁਹਾਡੇ ਸਾਹਮਣੇ ਪਏ ਆ ਤੇ ਤੁਹਾਨੂੰ ਵੀ ਪਤਾ ਹੈ ਕਿ ਸੈਪਟੰਬਰ 'ਚ ਯੂਨੀਵਰਸਿਟੀ ਐਡਮਿਸ਼ਨਸ ਕਲੋਜ਼ ਹੋ ਗਏ, ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਤੇ ਮੇਰੇ ਕੋਲੇ ਦੂਸਰੀ ਕਾਰਨ ਇਹ ਹੈ ਕਿ
ਕਿ ਮੈਂ ਆਪਣੇ ਬੱਚਿਆਂ ਨੂੰ ਇੱਥੋਂ ਦੇ ਸਕੂਲਿੰਗ ਦਾ ਤਜਰਬਾ ਦੇਣਾ ਚਾਹੁੰਦਾ ਹੈ। ਬਿਲਕੁਲ ਠੀਕ। ਭਾਵੇਂ 1 ਸਾਲ ਉਹਦਾ ਕਿਸੇ ਤਰ੍ਹਾਂ ਕਹਿ ਲਓ ਖਰਾਬ ਹੋ ਗਿਆ, ਪਰ ਨਹੀਂ, ਜੋ ਜਿਹਨੂੰ ਕਹਿੰਦੇ ਆ ਨਾ ਗ੍ਰਾਈਂਡ, ਕਿ ਰਗੜਾ ਲੱਗਣਾ, ਉਹ ਲੱਗਣਾ ਚਾਹੀਦਾ ਜੀ ਜੀ, ਤਾਂ ਕਿ ਇਹਨਾਂ ਨੂੰ ਕੋਈ ਝਟਕਾ ਨਾ ਲੱਗੇ, ਪਤਾ ਲੱਗ ਜੇ ਪਤਾ ਲੱਗ ਜੇ ਕਿ ਵੀ ਇੰਡੀਅਨ ਐਜੂਕੇਸ਼ਨ CBSE ਕਿੱਥੇ ਹੈ ਤੇ ਇੱਥੇ ਵਾਲਾ ਕਿੱਥੇ ਹੈ ਜੀ। ਤਾਂ ਇਦਾਂ ਥੋੜੀ ਟਸਲ ਦੇ ਬਾਅਦ ਉਹ ਮੰਨ ਗਈ। ਤਾਂ ਬੇਟੇ ਮੇਰੇ ਨੇ ਇੱਥੇ 12th ਕੀਤੀ, ਫਿਰ ਉਹ ਯੂਨੀਵਰਸਿਟੀ ਚਲਿਆ ਗਿਆ, ਐਂਡ ਸਲੋਲੀ ਸਮੇਂ ਦੇ ਨਾਲ ਨਾਲ ਅਸੀਂ ਸਾਰੇ ਸੈਟਲ ਹੋ ਗਏ। ਜਿਵੇਂ ਆਪਣੇ ਆਪ ਪੰਜਾਬੀ ਫੈਮਿਲੀਜ਼ ਦੇ ਵਿੱਚ ਹੁੰਦਾ ਕਿ ਇੰਡੀਆ ਇੱਕ ਹਸਬੈਂਡ ਕਮਾਉਂਦਾ, ਬਾਕੀ ਜੀ ਬਹਿ ਕੇ ਖਾਂਦੇ ਆ। ਸੋ ਫਿਰ ਉਸ ਤੋਂ ਬਾਅਦ ਕਿਉਂਕਿ ਆਪਾਂ ਲੌਂਗ ਸਟੋਰੀ ਸ਼ਾਰਟ ਕਰੀਏ, ਸਮਾਂ ਵੀ ਆਪਣਾ ਬੜਾ ਸੀਮਤ ਹੁੰਦਾ, ਤਾਂ ਸਿਕਿਉਰਿਟੀ ਦੇ ਵਿੱਚ ਸਭ ਤੋਂ ਪਹਿਲੀ ਜੌਬ ਹੀ ਇਹ ਸੀ ਤੁਹਾਡੀ? ਨਹੀਂ, ਕਿਉਂਕਿ ਜ਼ਿੰਮੇਵਾਰੀਆਂ ਮੇਰੇ ਤੇ ਬਹੁਤ ਸੀ ਜੀ। ਤਾਂ ਮੈਂ ਇਕੱਲਾ ਹੀ ਸੀਗਾ, ਕੀ ਕਹਿੰਦੇ ਹੁੰਦੇ ਆ, ਬ੍ਰੈਡ ਰਨਰ। ਤਾਂ ਮੈਂ ਫਟਾਫਟ ਸਭ ਸੈਟਲ ਕਰਕੇ ਜੀ ਤੇ ਮੈਂ ਆਪਣੀ ਜੌਬ ਲੱਭਣੀ ਸ਼ੁਰੂ ਕੀਤੀ। ਜੀ ਜੀ। ਹੁਣ ਉਸ ਵੇਲੇ ਵੀ ਉਹੀ ਹਾਲ ਸੀ, $8 $6 ਘੰਟੇ ਦੀ ਜੌਬ ਹੁੰਦੀ ਸੀ ਜੀ। ਕੋਈ ਲੈ ਕੇ ਰਾਜੀ ਨਹੀਂ ਮੈਨੂੰ, ਕੋਈ ਉਹ ਕੰਮ ਦੇ ਕੇ ਰਾਜੀ ਨਹੀਂ ਜੋ ਮੈਂ ਇੰਡੀਆ 'ਚ ਕਰਦਾ ਸੀ। ਬਹੁਤਾ ਇੱਥੋਂ ਤੱਕ ਹੋਇਆ ਕਿ ਯੂ ਨੋ ਮੋਰ ਦੈਨ ਅਸ, ਤੇ ਮੈਨੂੰ ਧੱਕ ਦੇਣਾ ਜੀ। ਤਾਂ ਹੁਣ ਮੈਂ ਕੀ ਕਰਾਂ? ਤਾਂ ਮੈਂ ਏਜੰਸੀ ਕੋਲ ਗਿਆ ਜੀ। ਏਜੰਸੀ ਨੇ ਮੈਨੂੰ ਇੱਕ ਫੈਕਟਰੀ 'ਚ ਭੇਜ ਦਿੱਤਾ। ਉਹਨਾਂ ਮੈਨੂੰ ਹਫਤੇ 10 ਦਿਨ ਬਾਅਦ ਲੇ ਆਫ ਕਰਤਾ। ਅੱਛਾ ਜੀ। ਦੈਨ ਮੈਂ ਦੂਸਰੀ ਫੈਕਟਰੀ 'ਚ ਗਿਆ, ਉਸ ਅਕਤੂਬਰ ਨਵੰਬਰ ਕ੍ਰਿਸਮਸ ਆਉਣ ਵਾਲਾ ਸੀਗਾ, ਉੱਥੇ ਥੋੜੇ ਦਿਨ ਕੰਮ ਕੀਤਾ। ਜਿਹਨੇ ਤੁਸੀਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਹੱਡ ਬਣਾਉਣੇ ਤੇ ਸੌਖੇ ਰਾਹ ਲੱਭਣੇ ਜੀ, ਬਟ ਮੇਰੇ ਕੋਲ ਦੋਨੋਂ ਰਸਤੇ ਖੁੱਲੇ ਸੀਗੇ, ਪਰ ਮੈਂ ਨਹੀਂ ਗਿਆ ਸਿਕਿਉਰਿਟੀ ਵੱਲ ਜੀ। ਪਰ ਲੋੜਾਂ ਵੱਧ ਸੀ, ਖਰਚੇ ਜ਼ਿਆਦਾ ਸੀ, ਆਮਦਨ ਇੱਕ ਸੀ, ਘੱਟ ਸੀ। ਬਿਲਕੁਲ। ਜੋ ਮੇਰਾ ਰਿਜ਼ਰਵ ਸਰਮਾਇਆ ਮੈਂ ਲੈ ਕੇ ਆਇਆ ਸੀ, ਉਹ ਕਾਫੀ ਜ਼ਿਆਦਾ ਖਰਚ ਹੋ ਗਿਆ ਸੀਗਾ ਘਰ ਬਣਾਉਣ ਤੇ, ਕਿਉਂਕਿ ਸਿਰਫ ਅਸੀਂ 2 ਅਟੈਚੀ ਪਰ ਜੀ ਲੈ ਕੇ ਆਏ ਸੀ। ਅੱਛਾ। ਹੋਰ ਕੁਝ ਨਹੀਂ ਸੀ ਸਾਡੇ ਕੋਲ ਜੀ। ਉਹ ਥੋੜੇ ਪੈਸੇ ਸੀ, ਉਹਦੇ ਨਾਲ ਅਸੀਂ ਘਰ ਫਰਨੀਚਰ ਵਗੈਰਾ ਪਾ ਲਿਆ, ਬੱਚਿਆਂ ਦੇ ਜੋ ਖਰਚੇ ਉਹ ਕਰ ਦਿੱਤੇ, ਐਂਡ ਅਸੀਂ ਰੈਗੂਲਰ ਮੇਨ ਸਟਰੀਮ 'ਚ ਬੜੀ ਈਜ਼ੀਲੀ ਰਿੜ ਪਏ, ਠਿਲ ਪਏ। ਉੱਥੋਂ ਤੁਹਾਡਾ ਜਿਵੇਂ ਉੱਥੋਂ ਫਿਰ ਦੂਸਰੀ ਜੌਬ ਲੱਭਣ ਦੇ ਚੱਕਰ ਦੇ ਵਿੱਚ ਜਦੋਂ ਇਹ ਦੇਖਿਆ ਕਿ ਵੀ ਠੀਕ ਹੈ ਜੱਟਾਂ ਦੇ ਮੁੰਡੇ ਹੋਣ ਖਾਤਰ ਅਜੇ ਵੀ ਤੁਸੀਂ ਮੇਰੇ ਅਟਣ ਦੇਖ ਸਕਦੇ ਹੋ, ਤਾਂ ਇਹ ਹੱਡ ਬਣਾਉਣ ਵਾਲੇ ਦਾ ਮੈਨੂੰ ਕੋਈ ਫਿਕਰ ਨਾ ਹੋਇਆ। ਮੈਂ ਰੱਜ ਕੇ ਕੰਮ ਕੀਤਾ, ਫੈਕਟਰੀਆਂ 'ਚ, ਵੇਅਰ ਹਾਊਸ 'ਚ, ਜੋ ਵੀ ਮਿਲਿਆ ਜੀ। ਪਰ ਖਰਚੇ ਪੂਰੇ ਨਾ ਹੋਣ ਤਾਂ ਫਿਰ ਮੇਰੇ ਕੀ ਕਹਿੰਦੇ ਸੈਮੀ ਕੁਆਜ਼ੀ ਮਿਲਟਰੀ ਬੈਕਗਰਾਊਂਡ ਵੀ ਸੀਗੀ ਕਿ ਕਾਲਜ ਯੂਨੀਵਰਸਿਟੀ ਲੈਵਲ ਤੇ ਮੈਂ, ਤੁਹਾਨੂੰ ਯਾਦ ਹੋਊਗਾ ਉੱਥੇ NCC ਹੁੰਦੀ ਸੀ, ਮੈਂ NCC 'ਚ ਸੀਗਾ, ਨੇਵਲ ਵਿੰਗ 'ਚ ਜੀ। ਤਾਂ ਇੱਥੇ ਪੁੱਛਦੇ ਪਛਾਉਂਦਿਆਂ ਲੱਭਦਿਆਂ ਲਮਾਉਂਦਿਆਂ ਮੈਨੂੰ ਸਿਕਿਉਰਿਟੀ ਬਾਰੇ ਪਤਾ ਲੱਗਿਆ। ਉਸ ਜ਼ਮਾਨੇ ਸਿਕਿਉਰਿਟੀ ਦਾ ਲਾਇਸੈਂਸ ਜਿਹੜਾ ਕੰਪਨੀ ਨੂੰ ਲੈ ਕੇ ਦਿੰਦੀ ਹੁੰਦੀ ਸੀ, ਕੰਪਨੀ ਰੱਖਦੀ ਸੀ ਜੀ, ਇੰਡੀਵਿਜੂਅਲ ਪਰਸਨ ਖੁਦ ਨਿੱਜੀ ਨਹੀਂ ਸੀ ਰੱਖਦਾ। ਤੇ ਮੈਂ ਗਿਆ ਲਵਾ ਕੇ ਉੱਥੇ, ਮੈਨੂੰ ਉਹਨਾਂ ਨੇ ਆ ਜਾਓ ਜੀ, ਆ ਜਾਓ ਜਿਵੇਂ ਆਪਾਂ ਵੈਰੀ ਈਜ਼ੀ, ਚਲੋ ਲਾਇਸੈਂਸ ਹੋ ਗਿਆ, ਮੈਂ ਕੰਮ ਸ਼ੁਰੂ ਕਰ ਲਿਆ $6 ਤੇ। ਅੱਛਾ। ਉੱਥੇ ਉਹੀ ਮਾਹੌਲ ਦੇਖਿਆ ਜੋ ਆਪਾਂ ਸ਼ੁਰੂ 'ਚ ਤੁਸੀਂ ਡਿਸਕਸ ਕੀਤਾ ਜੀ, ਕਿ ਲੋਕੀ ਸੌਂ ਜਾਇਆ ਕਰਨ, ਜੋ ਉੱਥੇ ਕੰਮ ਦਿੱਤਾ ਗਿਆ ਸੀ ਉਹ ਵੀ ਨਾ ਕਰਨ, ਔਰ ਉਹ ਵੇਅਰ ਹਾਊਸ ਸੀਗਾ ਜੀ, ਉਹਨੂੰ ਉਸ ਵੇਲੇ ਕਹਿੰਦੇ ਹੁੰਦੇ ਸੀਗੇ TNT, ਜਿਹੜਾ ਅੱਜ ਕੱਲ੍ਹ ਮੇਰੇ ਖਿਆਲ ਕੁਛ ਨਵਾਂ ਨਾਂ ਆ ਗਿਆ, ਉਹਦਾ ਕਿਸੇ ਹੋਰ ਮਲਟੀਨੈਸ਼ਨਲ ਨੇ ਟੇਕ ਓਵਰ ਕਰ ਲਿਆ। ਉਹ ਵੀ ਬਹੁਤ ਦੁਖੀ ਸੀ। ਤਾਂ ਉੱਥੇ ਗੱਲਾਂ ਬਾਤਾਂ ਆਉਂਦੇ ਜਾਂਦੇ ਲੋਕਾਂ ਨਾਲ, ਗੋਰਿਆਂ ਨਾਲ, ਉਹਨਾਂ ਦੇ ਵੇਅਰ ਹਾਊਸ ਮੈਨੇਜਰ, ਉਹਨਾਂ ਨੂੰ ਤਾਂ ਇੱਕ ਜਿਵੇਂ ਕਹਿੰਦੇ ਆ ਵੀ এনवायरमेंट ਉਸ ਤਰ੍ਹਾਂ ਦਾ ਬਣ ਗਿਆ, ਉਹਨਾਂ ਨਾਲ ਕੋਈ ਇੱਕ ਮਤਲਬ ਗੱਲਬਾਤ ਦਾ ਰਾਹ ਖੁੱਲ ਗਿਆ। ਤਾਂ ਉਹ ਵੀ ਹੈਰਾਨ ਹੋਇਆ ਕਰਨ ਕਿ ਤੂੰ ਇੰਨਾ ਕੁਆਲੀਫਾਈਡ, ਇੰਨਾ ਸੀਨੀਅਰ ਬੰਦਾ, ਤੂੰ ਇੱਥੇ ਕਿੱਥੇ ਬੈਠਾ ਹੈ, ਕੀ ਕਰ ਰਿਹਾ? ਪਰ ਉਹ ਮੇਰੇ ਕੰਮ ਤੋਂ ਬੜੇ ਪ੍ਰਭਾਵਿਤ ਸੀ ਜੀ। ਜਿਵੇਂ ਇੱਕ ਪੂਰਾ ਕੁਣਬਾ ਉਹ ਜਿਹੜਾ ਕਿ ਸੌਣ ਤੇ ਵਿਹਲੜ ਪੁਣੇ ਜਾਂ ਕੰਪਿਊਟਰ ਸਰਫਿੰਗ 'ਚ ਰਹਿੰਦਾ ਸੀਗਾ, ਕਿਉਂਕਿ ਉੱਥੇ ਜ਼ਿੰਮੇਵਾਰੀ ਸਿਰਫ ਇੰਨੀ ਸੀ ਕਿ ਆਉਂਦੇ ਜਾਂਦੇ ਟਰੱਕ ਗੱਡੀ ਦਾ ਤੁਸੀਂ ਡਿਟੇਲ ਨੋਟ ਕਰਨੀ ਹੈ ਜੀ, ਕੀ ਲੈ ਕੇ ਆਇਆ, ਉਹਦੀ ਕੀ ਇਨਵੌਇਸ ਨੰਬਰ ਹੈ, ਕਿਹੜੇ ਡੌਕ ਤੇ ਗਿਆ ਹੈ ਜੀ, ਉਹ ਫਟਾਫਟ ਕੰਪਿਊਟਰ ਤੇ ਹੀ ਪਾਉਣਾ ਹੁੰਦਾ ਸੀ। ਬਸ ਇੰਨਾ ਕੰਮ ਸੀ। ਪਲੱਸ ਟਾਈਮ ਵਕਫੇ ਬੇਵਕਫੇ, ਜਦੋਂ ਉਹ ਆਵਾਜਾਈ 2 ਬੰਦੇ ਹੁੰਦੇ ਸੀਗੇ ਤੇ ਇੱਕ ਬੰਦਾ ਹੁੰਦਾ ਸੀ, ਉਹਦਾ ਕੰਮ ਹੁੰਦਾ ਸੀ ਕਿ ਰਾਉਂਡ ਲਾਉਣੇ ਜੀ, ਆਵਰਲੀ 2 ਆਵਰਲੀ, ਜੋ ਵੀ ਸਹੂਲਤ ਹੋਵੇ ਜੀ। ਤਾਂ ਉਹ ਵੀ ਨਾ ਲਾਉਣੇ ਉਹਨਾਂ ਨੇ, ਤੇ ਜਦੋਂ ਮੈਂ ਲਾਉਣੇ ਤਾਂ ਉਹਨਾਂ ਮੈਨੂੰ ਦੇਖਣਾ ਤੇ ਹੈਰਾਨ ਹੋਣਾ ਵੀ ਇਹ ਕਿਉਂ ਲਾਇਆ, ਅੱਗੇ ਤਾਂ ਕਦੇ ਕੋਈ ਆਇਆ ਨਹੀਂ, ਇਹ ਕੌਣ ਹੈ? ਅੰਦਰ ਜਿਹੜੇ ਗੋਰੇ ਕਾਲੇ ਕੰਮ ਕਰਦੇ ਸੀ ਜੀ ਜੀ। ਫਿਰ ਉਹਨਾਂ ਨੂੰ ਹੁੰਦਾ ਕਿ ਸ਼ਾਇਦ ਸਾਡੇ ਦੀ ਨਿਗਾਹ ਲਈ ਲਾਇਆ, ਤਾਂ ਕਈ ਖੈਬੜਨ ਵੀ ਲੱਗ ਪਏ ਜੀ, who are you, go back, ਜਿੱਦਾਂ ਕਰਦੇ ਆ ਉਦਾਂ ਬੜਕਾ ਬੁੜਕਾ ਵੀ ਮਾਰੀਆਂ। ਬਟ ਸਲੋਲੀ
ਫਿਰ ਉਹਨਾਂ ਨੇ ਮੈਂ ਉਹਨੂੰ ਵੇਅਰ ਹਾਊਸ ਮੈਨੇਜਰ ਨੂੰ ਦੱਸਿਆ, ਮੈਂ ਕਿਹਾ ਵੀ ਆਹ ਕੁਝ ਹੋ ਰਿਹਾ ਹੈ ਜੀ, ਤੂੰ ਕਹਿੰਦਾ ਲਾਓ ਤੇ ਅੰਦਰ, ਨਾਓ ਇਟ ਇਜ਼ ਅਪ ਟੂ ਯੂ ਜੀ, ਮੈਂ ਇਹ ਨਹੀਂ ਬਰਦਾਸ਼ਤ ਕਰੂੰਗਾ। ਸੋ ਜਦੋਂ ਤੁਸੀਂ ਸਿਕਿਉਰਿਟੀ ਤੋਂ ਬਾਅਦ ਜਦੋਂ ਤੁਸੀਂ ਆਪਣੀ D&G ਨਾਮ ਦੀ ਕੰਪਨੀ ਖੋਲੀ ਹੋਈ ਹੈ, ਔਰ ਕਿੰਨੀ ਕੰਪਨੀ ਪੁਰਾਣੀ ਹੈ, ਔਰ ਇਹ ਜਦੋਂ ਕੰਪਨੀ ਤੁਸੀਂ ਚਲਾ ਰਹੇ ਹੋ ਤਾਂ ਹੁਣ ਤੁਹਾਡੇ ਕੋਲੇ ਕਿੰਨੇ ਕੁ ਬੰਦੇ, ਕਿੰਨੇ ਕੁ ਮੈਂਬਰ ਆ ਜਿਹੜੇ ਕੰਮ ਕਰ ਰਹੇ? ਓਕੇ, ਇਹ ਇਦਾਂ ਹੋਇਆ ਜੀ ਕਿ ਜਦੋਂ ਇਹ ਸਾਰੇ ਕੰਮ ਕਰਦੇ ਗਏ ਤਾਂ ਫਿਰ ਉਹੀ ਗੱਲ ਮਨ 'ਚ ਬਾਰ-ਬਾਰ ਆਉਣੀ ਕਿ ਜੇ ਮੈਂ ਇਹਨਾਂ ਲਈ ਕੰਮ ਕਰ ਸਕਦਾ ਹਾਂ ਤਾਂ ਆਪਣਾ ਕਿਉਂ ਨਹੀਂ ਕਰ ਸਕਦਾ। ਜੀ ਜੀ। ਔਰ ਮੇਰੇ ਕੋਲ बैकग्राउंड है, क्वालिफिकेशन है, परमात्मा ने थोड़ी बड़ी बुद्धि भी देती है जी, मैं सिख भी, क्विक लर्नर भी है, छेती सीख भी जाना है। तो मैं फिर हार के 2018 च जी, हाँ जी 2 साल पहला बगैर किसी मदद तो अपने आप ਇੱਥੇ ਹੈ ਸੁਖਾਲੇ ਬੈਠੇ ਨੇ ਰੇਡੀਓ ਟੀਵੀ ਤੇ ਸਾਰਾ ਦਿਨ ਆਉਂਦੇ ਆ, ਕੰਪਨੀ ਘਲਾਉਣੀ ਹੈ, ਫਲਾਨ ਕਰਨਾ, ਤੁਸੀਂ ਇਸ਼ਤਿਹਾਰ ਦੇਖਦੇ ਹੋਵੋਗੇ, ਸੁਣਦੇ ਹੋਵੋਗੇ, ਤਾਂ ਮੈਂ ਆਪੇ ਸਰਚ ਕਰਕੇ ਆਪੇ ਇਨਕੋਰਪੋਰੇਟ ਕੀਤੀ, ਪ੍ਰੋਵਿੰਸ਼ੀਅਲੀ ਵੀ ਫੈਡਰਲੀ ਵੀ ਜੀ, ਆਪੇ ਪ੍ਰੋਵਿੰਸ਼ੀਅਲ ਸਿਕਿਉਰਿਟੀ ਕੰਪਨੀ ਦਾ ਲਾਇਸੈਂਸ ਅਪਲਾਈ ਕੀਤਾ, ਉਹ ਜਿੰਨੇ ਡਾਕੂਮੈਂਟਸ ਜੋ ਰਿਕੁਆਇਰਮੈਂਟਸ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੀਆਂ ਸਾਰੀਆਂ ਫੁੱਲਫਿਲ ਕੀਤੀਆਂ ਜੀ। 1 ਮਿਲੀਅਨ ਦੀ ਸਾਨੂੰ ਇੰਸ਼ੋਰੈਂਸ ਲੈਣੀ ਪੈਂਦੀ ਹੈ ਜੀ, ਕਮਰਸ਼ੀਅਲ ਜੀ, ਇਸ ਕਿਤੇ ਨੂੰ ਕੰਪਨੀ ਖੋਲਣ ਲਈ, ਪਲੱਸ WSIB ਦੀ ਕਵਰੇਜ ਲੈਣੀ ਪੈਂਦੀ ਹੈ। ਤਾਂ ਜੋ ਵੀ TDS ਪ੍ਰੋਸੈਸ ਸੀ ਸਾਰੇ ਉਹ ਤੁਸੀਂ ਆਪੇ ਕੀਤੇ ਜੀ। ਕੰਪਨੀ ਸਟੈਬਲਿਸ਼ ਹੋ ਗਈ, ਉਦੋਂ ਨਾ ਜਿਹੜੇ ਹੁਣ ਵਾਲੇ ਪ੍ਰੀਮੀਅਰ ਨੇ ਇਹ ਆ ਚੁੱਕੇ ਸੀ, ਤਾਂ ਉਹ ਜਿਹੜਾ ਕਹਿੰਦੇ ਆ ਕਿ ਮੈਂ ਐਕਸ ਸਰਕਾਰੀ ਕਿ ਗਰੀਸ ਤੋਂ ਬਗੈਰ ਪਈਏ ਨਹੀਂ ਘੁੰਮਦੇ ਸਰਕਾਰ ਦੇ, ਤਾਂ ਉਹੀ ਹੋਇਆ ਜੀ। ਜੂਨ ਚ ਅਪਲਾਈ ਕੀਤਾ ਤੇ ਲਾਇਸੈਂਸ ਆਉਣ ਦਾ ਨਾਂ ਨਹੀਂ ਜੀ, ਕਿ ਲਾਇਸੈਂਸ ਅੱਜ ਆਊ ਕੱਲ੍ਹ ਆਊ, ਸਾਨੂੰ ਮਿਲ ਹੀ ਨਹੀਂ ਰਿਹਾ। ਅੱਛਾ, ਤਾਂ ਮੈਂ ਪ੍ਰੀਮੀਅਰ ਨੂੰ ਲਿਖਿਆ, ਇੱਥੇ ਤਾਂ ਤੁਸੀਂ ਕਿਸੇ ਦਾ ਵੀ ਬੂਹਾ ਖੜਕਾ ਸਕਦੇ ਹੋ, ਸਿੱਧੇ ਜਾ ਸਕਦੇ ਹੋ। ਮੈਂ ਉਹਨੂੰ ਲਿਖਿਆ ਇਸੇ ਨੂੰ, ਡਗ ਫੋਰਡ ਨੂੰ, ਮੈਂ ਕਿਹਾ ਭਈ ਤੂੰ ਕਹਿੰਦਾ ਓਪਨ ਓਨਟਾਰੀਓ ਤੇ ਅਸੀਂ ਲਾਲ ਫੀਤਾਸ਼ਾਹੀ ਕੱਟ ਰਹੇ ਹਾਂ, ਤੇ ਆਹ ਕੀ ਹੈ? ਅੱਛਾ, ਤਾਂ ਉਹਦਾ ਜਵਾਬ ਆ ਗਿਆ ਕਿ ਵੀ ਮੈਂ ਸੰਬੰਧਿਤ ਮਿਨਿਸਟਰ ਨੂੰ ਤੇਰੀ ਜਿਹੜੀ ਬਿੱਤਾ ਹੈ ਜਾਂ ਵਿਅਥਾ ਹੈ ਉਹ ਦੇਤੀ ਆ, ਤੇ ਉਹ ਉਹਨਾਂ ਪ੍ਰੋਬ ਕਰਕੇ ਜੋ ਉਹਨਾਂ ਨੂੰ ਡਾਕੂਮੈਂਟ ਇੱਕ ਅੱਧਾ ਘੱਟ ਸੀਗਾ ਉਹ ਸਾਨੂੰ ਦਿੱਤਾ, ਤੇ ਸਾਨੂੰ ਦਸੰਬਰ 'ਚ ਉਹਨਾਂ ਨੇ 6 ਮਹੀਨੇ ਫਿਰ ਵੀ ਲਾਤੇ, ਲਾਇਸੈਂਸ ਦੇਤਾ। ਹੁਣ ਅਸੀਂ ਆਥੋਰਾਈਜ਼ ਹੋ ਗਏ ਐਜ਼ ਏ ਕੰਪਨੀ ਸਿਕਿਉਰਿਟੀ ਗਾਰਡਸ ਨੂੰ ਰਿਕਰੂਟ ਕਰ ਸਕਦੇ ਹਾਂ, ਤੇ ਅੱਗੇ ਕਿਸੇ ਵੀ ਆਪਣੇ ਕਲਾਇੰਟ ਨੂੰ ਜਿਹਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ, ਇਹਨੂੰ ਫਿਜ਼ੀਕਲ ਸਿਕਿਉਰਿਟੀ ਕਹਿੰਦੇ ਆ। ਕਿੰਨੇ ਮੈਂਬਰ ਨੇ ਹੁਣ ਤੁਹਾਡੇ ਕੋਲ? ਸਾਡੇ ਕੋਲ ਸ਼ੁਰੂ ਸੀਗੇ 6 ਜੀ, ਮੈਨੂੰ ਛੱਡ ਕੇ, ਤੇ ਉਸ ਤੋਂ ਬਾਅਦ ਹੁਣ ਸਾਡੇ ਕੋਲ 10 ਤੋਂ 12 ਨੇ। ਉਹ ਪੱਕੇ ਜਿਹੜੇ ਪਰਮਾਨੈਂਟ? ਐਕਚੁਅਲੀ ਇਹਨਾਂ ਨੂੰ ਆਪਾਂ ਪੱਕੇ ਨਹੀਂ ਕਹਿ ਸਕਦੇ, ਬਿਕਾਜ਼ ਡਿਪੈਂਡ ਕਰਦਾ ਕਿ ਮੇਰੇ ਕਲਾਇੰਟ ਕਿੰਨੇ ਨੇ। ਸੋ ਕਈ ਵਾਰੀ ਫਿਰ ਇਸ ਤਰ੍ਹਾਂ ਜਿਵੇਂ ਹੁਣ ਸਟੂਡੈਂਟਸ ਦੀ ਗੱਲ ਕਰਦੇ ਹਾਂ ਵੀ ਬਹੁਤ ਸਾਰੇ ਜਿਹੜੇ ਪਾਰਟ ਟਾਈਮ ਬੱਚੇ ਜਿਵੇਂ ਲੱਭਦੇ ਨੇ ਜੌਬਸ, ਆਪਾਂ ਫਿਰ ਉਸੇ ਵਿਸ਼ੇ ਵੱਲ ਨੂੰ ਵੱਧਦੇ ਹਾਂ। ਬਿਲਕੁਲ, ਕਿ ਵੀ ਉਹ ਜਦੋਂ ਪਾਰਟ ਟਾਈਮ ਜੌਬ ਲੱਭਦੇ ਆ ਤਾਂ ਉਹਨਾਂ ਨੂੰ ਕਈ ਵਾਰੀ ਇਹ ਕਹਿ ਲਓ ਕਿ 2-4 ਦਿਨ ਕੰਮ ਕੀਤਾ, ਫਿਰ ਉਸ ਤੋਂ ਬਾਅਦ ਚਲੇ ਗਏ ਕਿਸੇ ਹੋਰ ਕੰਪਨੀ ਚਲੇ ਗਏ, ਫਿਰ ਕਿਸੇ ਕੰਪਨੀ 'ਚ ਹੋਰ ਆ ਗਏ, ਇਸ ਤਰ੍ਹਾਂ ਵੀ ਸਾਰਾ ਜਿਹੜਾ ਦਾਰੋਮਦਾਰ ਚੱਲਦਾ ਰਹਿੰਦਾ। ਸੋ ਅੱਗੇ ਇੱਕ ਆਪਾਂ ਨੁਕਤੇ ਤੇ ਆਉਣੇ ਆ, ਸਿਕਿਉਰਿਟੀ ਦੀ ਜੌਬ ਨੂੰ ਇੰਨਾ ਸੁਖਾਲਾ ਕਿਉਂ ਮੰਨਿਆ ਜਾਂਦਾ, ਇੰਨਾ ਸੌਖਿਆ ਕਿਉਂ ਮੰਨਿਆ ਜਾਂਦਾ ਕਿ ਵੀ ਸਿਕਿਉਰਿਟੀ ਦੀ ਜੌਬ ਤੁਸੀਂ ਕਰ ਲਓ ਔਰ ਈਜ਼ੀ ਮਨੀ ਹੈ, ਸਾਫ਼ ਸੁਥਰੇ ਰਹਿਣਾ ਹੈ, ਕੰਨਾਂ 'ਚ ਤੁਸੀਂ ਹੈੱਡਫੋਨ ਪਾ ਕੇ ਤੁਸੀਂ ਆਪਣਾ ਜਿਹੜੀ ਜੌਬ ਵੀ ਕਰ ਸਕਦੇ ਆ। ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਮੇਰਾ ਪ੍ਰਤੀਕਰਮ ਇਹੀ ਹੈ ਜੀ ਕਿ ਜੋ ਧਾਰਨਾ ਬਣ ਗਈ ਹੈ, ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜਿਵੇਂ ਆਪਣੇ ਪੰਜਾਬੀਆਂ 'ਚ ਆਪਣੀ ਕੌਮ 'ਚ ਇੱਕ ਪੱਕਾ ਹੈ, ਜੇ ਟਰੱਕ ਪਾਇਆ ਤਾਂ ਡਰਾਈਵਰ ਹੀ ਆਖਣਾ, ਜੇ ਸਿਕਿਉਰਿਟੀ ਕਰਦਾ ਤਾਂ ਚੌਂਕੀਦਾਰ ਆਖਣਾ। ਠੀਕ ਹੈ, ਇੱਕ ਇਹਨੂੰ ਕਹਿੰਦੇ ਆ ਕਿ ਇੱਕ ਬੜਾ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤਣੀ ਜੀ ਜੀ, ਔਰ ਆਪਣੇ ਵੈਸੇ ਵੀ ਘਟੀਆ ਮੰਨਿਆ ਜਾਂਦਾ ਇਹ ਕਿੱਤਿਆਂ ਨੂੰ ਜੀ, ਤੇ ਜਾਂ ਬਦਨਾਮ ਕਹਿ ਲਓ, ਜਾਂ ਵੇਲੜ ਦੇ ਉਹ ਚੌਂਕੀਦਾਰਾ ਕਰ ਲੈਂਦੇ। ਠੀਕ ਹੈ, ਸੋ ਅਸਲ ਦੇ ਵਿੱਚ PSISA ਦੇ ਅੰਡਰ ਇੱਕ ਕੋਡ ਆਫ ਕੰਡਕਟ ਹੈ ਜੀ। ਕੋਡ ਆਫ ਕੰਡਕਟ ਕਲੀਅਰ ਦੱਸਦਾ ਕਿ ਸਿਕਿਉਰਿਟੀ ਗਾਰਡ ਨੇ ਕੀ ਕਰਨਾ, ਕੀ ਨਹੀਂ ਕਰਨਾ ਜੀ। ਔਰ ਜੋ ਪ੍ਰੋਫੈਸ਼ਨ ਹੈ, ਜੇ ਉਹ ਲਿਆ ਜਾਂਦਾ ਹੈ ਇੰਨੇ ਹਲਕੇ 'ਚ, ਤਾਂ ਇਹਦੇ ਉਹਨਾਂ ਨੂੰ ਨਤੀਜੇ ਵੀ ਭੁਗਤਣੇ ਪੈਂਦੇ ਆ। ਜਿਹੜਾ ਤੁਸੀਂ ਗੱਲ ਕੀਤੀ ਕਿ ਅੱਜ ਇੱਥੇ ਆ ਕੱਲ੍ਹ ਉੱਥੇ ਉੱਥੇ, ਉਹ ਇਸੇ ਕਰਕੇ ਫਿਰ ਉਹਨਾਂ ਨੂੰ ਕੰਪਨੀਆਂ ਜਿਹੜੀਆਂ ਬਦਲੀ ਕਰ ਦਿੰਦੀਆਂ, ਕਿਉਂਕਿ ਸਿਕਿਉਰਿਟੀ ਕੰਪਨੀ
ਆਪਣੇ EMPLOYEES ਉਦੋਂ ਹੀ ਹਾਇਰ ਕਰਦਾ ਹੈ ਜਦੋਂ ਉਹ ਕੰਪਨੀ ਦਾ ਕਲਾਇੰਟ ਮੰਗਦਾ ਹੈ। ਜੀ, ਸੋ ਇੱਕ ਵਿਅਕਤੀ ਨੂੰ ਸਿਕਿਉਰਿਟੀ ਗਾਰਡ ਹੋਣ ਦੇ ਲਈ, ਜਿਵੇਂ ਸਿਕਿਉਰਿਟੀ ਗਾਰਡ ਦਾ, ਜਿਵੇਂ ਮੰਨ ਲਓ ਕਿ ਅੱਜ ਕਿਸੇ ਨੇ ਭਰਤੀ ਹੋਣਾ ਹੈ ਕਿ ਮੈਂ ਸਿਕਿਉਰਿਟੀ ਗਾਰਡ ਕਰਨੀ ਚਾਹਣਾ ਹੈ ਔਰ ਮੇਰੇ ਕੋਲੇ ਪਾਰਟ ਟਾਈਮ ਮੇਰੇ ਕੋਲ ਟਾਈਮ ਹੁੰਦਾ ਕਿ ਮੈਂ ਜਾ ਸਕਾਂ ਸੈਚਰਡੇ ਸੰਡੇ ਜਾਂ ਰੈਗੂਲਰ, ਤਾਂ ਉਹ ਕਿਹੜੀਆਂ ਚੀਜ਼ਾਂ, ਕਿਹੜੀਆਂ ਰਿਕੁਆਇਰਮੈਂਟਸ ਆ ਜਿਹੜੀਆਂ ਕਿ ਗਵਰਨਮੈਂਟ ਵੱਲੋਂ ਸਿਕਿਉਰਿਟੀ ਪਰਸਨ ਜਾਂ ਸਿਕਿਉਰਿਟੀ ਲਾਇਸੈਂਸ ਲੈਣ ਲਈ ਚਾਹੀਦੀਆਂ ਨੇ? ਲਾਇਸੈਂਸ ਲੈਣ ਲਈ ਸਿਰਫ ਗਵਰਨਮੈਂਟ ਦੀਆਂ 3 ਰਿਕੁਆਇਰਮੈਂਟਸ ਨੇ ਜੀ। 18 ਸਾਲ ਤੋਂ ਵੱਧ ਉਮਰ ਹੋਵੇ, ਕੋਈ ਕ੍ਰਿਮੀਨਲ ਰੈਕਡ ਨਾ ਹੋਵੇ। ਹੁਣ ਉਹ ਕ੍ਰਿਮੀਨਲ ਰੈਕਡ ਤੁਸੀਂ ਨੈਟ ਤੇ ਸਰਚ ਕਰੋਗੇ ਤਾਂ ਸਾਰੇ, ਜਿਵੇਂ ਆਪਣੇ ਕਹਿੰਦੇ ਨਾ ਦਫਾ, ਉਹ ਧਾਰਾ ਜਿਹੜੀਆਂ ਸਾਰੀਆਂ ਲਿਸਟ ਉਹ ਆ ਜਾਣੀਆਂ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ। ਉਹ ਚੈੱਕ ਹੁੰਦਾ ਹੈ ਇੱਥੇ ਰੀਜਨਲ ਅਪੀਲ ਪੁਲਿਸ ਦਾ ਜਿਹੜਾ ਹੁਰਿਟਾਰੀਅਤ ਆਫਿਸ ਹੈ ਉੱਥੇ ਉਸ ਵੇਲੇ ਤਾਂ 8-10 ਦਿਨ ਰੈਕਡ ਚੈੱਕ ਵਗੈਰਾ, ਉਹ ਰੈਕਡ ਚੈੱਕ ਉੱਥੋਂ ਕਢਾ ਲਿਆ ਜਾਂਦਾ ਹੈ। ਜੀ। ਤੇ ਵੈਸੇ ਵੀ ਕਿਉਂਕਿ ਮਿਨਿਸਟਰੀ ਹੈ ਤਾਂ ਮਿਨਿਸਟਰੀ ਨੂੰ ਤਾਂ ਐਕਸੈਸ ਹੈ, ਵੈਸੇ ਹੀ ਦੇਖ ਲੂਗੀ ਉਹ। ਪਲੱਸ ਕੈਨੇਡਾ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਲਾਇਕ ਹੋਵੇ। ਅੱਛਾ, ਏਬਲ ਟੂ ਵਰਕ ਇਨ ਕੈਨੇਡਾ, ਉਹਦਾ ਠੀਕ ਹੈ, ਮਤਲਬ 3 ਚੀਜ਼ਾਂ ਇਹ ਵਿੱਚ ਉਹਦੇ 3 ਚੀਜ਼ਾਂ ਜ਼ਰੂਰੀ ਨੇ ਟੂ ਗੈਟ। ਜਿਵੇਂ ਇਹ ਵੀ ਜ਼ਰੂਰੀ ਹੈ ਕਿਉਂਕਿ ਇੱਥੋਂ ਦਾ ਜਿਵੇਂ ਹੁਣ ਸਟੂਡੈਂਟਸ ਆਉਂਦੇ ਨੇ ਜਾਂ PR ਹੋਣਾ ਜ਼ਰੂਰੀ ਤਾਂ ਨਹੀਂ ਹੈ ਨਾ? ਨਹੀਂ, ਦੇਖੋ ਇਹ ਹੁਣ ਇੱਕ ਕਾਨੂੰਨੀ ਸ਼ਬਦਾਵਲੀ ਵਰਤੀ ਹੈ ਉਹਨਾਂ ਨੇ, ਕਿਉਂਕਿ ਇਹ ਕਾਨੂੰਨ ਹੈ ਤਾਂ ਉਹਨਾਂ ਨੇ ਵਿੱਚ ਉਹਦੇ ਵਿੱਚ ਖੁੱਲ੍ਹ ਰੱਖ ਦਿੱਤੀ ਕਿ ਸ਼ੁੱਡ ਬੀ ਏਬਲ ਟੂ ਵਰਕ ਇਨ ਕੈਨੇਡਾ। ਅੱਛਾ, ਹੁਣ ਕਹਿ ਸਕਦਾ ਸੀਗਾ ਮਸਟ ਬੀ PR ਔਰ ਸਿਟੀਜ਼ਨ, ਤਾਂ ਫਿਰ ਬੰਦਸ਼ ਹੋ ਜਾਣੀ ਸੀ ਨਾ। ਫਿਰ ਇੱਕ ਵਰਗ ਇੰਟਰਨੈਸ਼ਨਲ ਸਟੂਡੈਂਟ ਉਹ ਵੀ ਕਰ ਸਕਦੇ ਕਿਉਂਕਿ ਉਹਨਾਂ ਕੋਲ 20 ਘੰਟੇ ਕਰਨ ਦਾ ਇਜਾਜ਼ਤ ਹੈ। ਉਹਨਾਂ ਨੇ ਸਹੂਲਤ ਦੇਤੀ ਕਿਉਂਕਿ ਇੱਥੋਂ ਦਾ ਸਿਸਟਮ ਇਹੀ ਹੈ ਕਿ ਬੱਚਿਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪੜ੍ਹਾਈ ਦੇ ਵਿੱਚੋਂ ਸਮਾਂ ਕੱਢ ਕੇ ਜਿਵੇਂ 20 ਘੰਟੇ ਹਫ਼ਤੇ ਦੇ ਤੁਸੀਂ ਕੰਮ ਕਰਕੇ ਆਪਣੇ ਖਰਚੇ ਪੂਰੇ ਕਰ ਸਕਦੇ ਹੋ। ਬਿਲਕੁਲ ਠੀਕ ਹੈ, ਬਟ ਮੇਨ ਫੋਕਸ ਤੁਹਾਡੀ ਪੜ੍ਹਾਈ ਆ, ਪੜ੍ਹਾਈ ਹੋਣਾ ਚਾਹੀਦਾ, ਨਾ ਕਿ ਟਰੱਕ ਚਲਾ ਲੂੰਗਾ ਤੇ ਸਿਕਿਉਰਿਟੀ ਫੁੱਲ ਟਾਈਮ ਕਰ ਲੂੰਗਾ ਜੋ ਆਪਣੇ ਕਰ ਰਹੇ ਨੇ। ਜੀ। ਸੋ ਇੱਕ ਗੱਲ ਹੋਰ ਮੈਂ ਦੇਖੀ ਹੈ ਕਿ ਵੀ ਪਿਛਲੇ ਦਿਨਾਂ ਵਿੱਚ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਦੇ ਉੱਪਰ ਕਿ ਸਿਕਿਉਰਿਟੀ ਗਾਰਡ ਨੂੰ ਕੁੱਟਿਆ ਜਾ ਰਿਹਾ, ਔਰ ਇੱਕ ਪਿਛਲੇ ਜਦੋਂ ਆਪਾਂ ਪਿਛਲ ਝਾਤ ਮਾਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਤੇ ਸਿਕਿਉਰਿਟੀ ਗਾਰਡ ਦੇ ਜਿਹੜੇ ਕਤਲ ਵੀ ਹੋਏ ਨੇ, ਮਰਡਰ ਵੀ ਹੋਏ ਤੇ ਬਿਲਕੁਲ ਸਹੀ ਕਹਿ ਰਹੇ ਹੋ। ਉਹਦੇ ਬਾਰੇ ਮੈਂ ਜਾਣਨਾ ਚਾਹਣਾ ਕਿ ਜਦੋਂ ਸਿਕਿਉਰਿਟੀ ਗਾਰਡ ਨੂੰ ਇਸ ਤਰ੍ਹਾਂ ਦਾ ਖਤਰਾ ਹੁੰਦਾ ਜਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਸਿਕਿਉਰਿਟੀ ਗਾਰਡ ਤੋਂ ਨਹੀਂ ਹੈਂਡਲ ਹੋ ਰਿਹਾ, ਤਾਂ ਉਦੋਂ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਉਹ ਨਿਭਾਉਣਾ ਚਾਹੁੰਦਾ ਹੈ? ਦੇਖੋ ਰਮਨ ਜੀ, ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ, ਬੜਾ ਚੰਗਾ ਤੁਸੀਂ ਕੁਐਸਚਨ ਕੀਤਾ ਹੈ। ਉਹ ਇਸ ਤਰ੍ਹਾਂ ਕਿ ਸਿਕਿਉਰਿਟੀ ਨੂੰ ਅੱਜ ਤੱਕ essential ਸਰਵਿਸ ਨਹੀਂ ਸੀ ਮੰਨਿਆ ਜਾਂਦਾ, ਫਰੰਟ ਲਾਈਨ ਵਰਕਰ ਵੀ ਨਹੀਂ ਸੀ ਮੰਨੇ ਜਾਂਦੇ ਜੀ। ਪਰ ਜਦੋਂ ਤੋਂ ਆਹ COVID-19 ਸ਼ੁਰੂ ਹੋਇਆ ਤਾਂ ਸਪੈਸੀਫਿਕਲੀ ਖਾਸ ਤੌਰ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇਹਨੂੰ essential ਸਰਵਿਸ ਡਿਕਲੇਅਰ ਕੀਤਾ। ਅੱਛਾ, ਸਿਕਿਉਰਿਟੀ ਜੀ। ਤਾਂ ਹੁਣ ਸਿਕਿਉਰਿਟੀ ਜੇ ਕਿਸ ਕਿਤੇ ਦੀ ਪਰਿਭਾਸ਼ਾ ਆਪਾਂ ਦੇਖੀਏ ਤਾਂ ਉਹ ਸਿਰਫ ਇੱਕ ਲਾਈਨ 'ਚ ਆਪਾਂ ਉਹਨੂੰ ਸਮਰਾਈਜ਼ ਕਰ ਸਕਦੇ ਹਾਂ, ਟੂ ਪ੍ਰੋਟੈਕਟ ਪੀਪਲ, ਅਸੈਟਸ ਐਂਡ ਇਨਫੋਰਮੇਸ਼ਨ। ਅੱਛਾ, ਇਹ 3 ਚੀਜ਼ਾਂ ਹੀ ਹੈ ਜਿਨ੍ਹਾਂ ਲਈ ਕੋਈ ਵੀ ਕਾਰੋਬਾਰੀ ਜਾਂ ਕੋਈ ਵੀ ਅਦਾਰਾ ਜੀ ਸਿਕਿਉਰਿਟੀ ਨੂੰ ਹਾਇਰ ਕਰੂਗਾ। ਪੀਪਲ ਮਾਨੇ ਆਪਣੇ ਮੁਲਾਜ਼ਮ ਤੇ ਖੁਦ, ਅਸੈਟਸ ਮਾਨੇ ਉਹਦਾ ਮਾਲ ਅਸਬਾਬ, ਉਹ ਚਾਹੇ ਬਿਲਡਿੰਗਸ ਨੇ, ਚਾਹੇ ਅੰਦਰ ਪਿਆ ਸਮਾਨ ਹੈ, ਚਾਹੇ ਵਾਟਐਵਰ, ਰਾਈਟ ਜੀ। ਤੇ ਇਨਫੋਰਮੇਸ਼ਨ ਜੋ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਭ ਤੋਂ ਵੱਡੀ ਵੈਲਿਊਏਬਲ ਚੀਜ਼ ਹੈ, ਜਾਣ ਇਨਫੋਰਮੇਸ਼ਨ ਮੀਨਸ ਐਵਰੀਥਿੰਗ ਜੋ ਵੀ ਅਸੀਂ ਕਰ ਰਹੇ ਹਾਂ, ਚਾਹੇ ਫੋਨਾਂ ਤੇ ਚਾਹੇ ਅਸੀਂ ਕੰਪਿਊਟਰਸ ਤੇ, ਦੈਟ ਇਜ਼ ਇਨਫੋਰਮੇਸ਼ਨ ਜੀ। ਉਹ ਹੋਣੀ ਬਹੁਤ ਜ਼ਰੂਰੀ, ਉਹ ਪ੍ਰੋਟੈਕਟਡ ਹੋਣੀ ਚਾਹੀਦੀ ਹੈ। ਹੁਣ ਜੇ ਮੈਂ ਤੁਹਾਡਾ ਫੋਨ ਹੀ ਹੈਕ ਕਰ ਲਵਾਂ ਜਾਂ ਤੁਸੀਂ ਕੀ ਕਰ ਰਹੇ ਹੋ ਮੈਂ ਕਿਸੇ ਤਰ੍ਹਾਂ ਦੇਖ ਸਕਾਂ ਤਾਂ ਕੀ ਰਹਿ ਗਿਆ ਫਿਰ? ਉਹ ਵੀ ਇੱਕ ਕਿਸਮ ਦੀ ਸਿਕਿਉਰਿਟੀ, ਉਹ ਵੀ ਸਿਕਿਉਰਿਟੀ ਹੈ, ਉਹਨੂੰ ਸਾਈਬਰ ਸਿਕਿਉਰਿਟੀ ਕਹਿ ਦਿੰਦੇ ਆ। ਬਟ ਕਿਉਂਕਿ ਇਹ ਅਸੈਟਸ ਨੇ, ਕੋਈ ਨਾ ਕੋਈ ਡਿਵਾਈਸ ਹੈ ਤੇ ਉਹਦੀ ਪ੍ਰੋਟੈਕਸ਼ਨ ਲਈ ਵੀ ਹੈ ਜੀ। ਹੁਣ ਜੇ EMPLOYEE ਜਾਣ ਲੱਗਾ ਲੈਪਟਾਪ ਹੀ ਚੱਕ ਕੇ ਤੁਰ ਜਾਂਦਾ ਹੈ ਬਿਲਕੁਲ ਸਹੀ ਕਹਿ ਰਹੇ ਹੋ। ਜਾਂ ਜਿਹੜੇ ਕੰਪਨੀ ਦੇ ਸਰਵਰ ਨੇ ਉਹਨਾਂ ਤੇ ਅਨਆਥੋਰਾਈਜ਼ਡ ਐਕਸੈਸ ਲੈ ਕੇ ਚਲਿਆ ਜਾਂਦਾ, ਵੜ ਜਾਂਦਾ। ਇੱਕ ਦਿਓਲ ਸਾਹਿਬ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ। ਜ਼ਰੂਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਤੁਹਾਡਾ ਹੁਣੇ ਹੀ ਪ੍ਰੋਗਰਾਮ ਦੇਖਣਾ ਸਟਾਰਟ ਕੀਤਾ ਔਰ ਟੌਪਿਕ ਬਹੁਤ ਹੀ ਅੱਛਾ ਹੈ ਜੀ, ਸ਼ੁਕਰੀਆ, ਥੈਂਕ ਯੂ। ਹਾਂਜੀ ਸਰ, ਮੈਂ ਐਕਚੁਅਲੀ ਖੁਦ ਇਹ ਕੋਰਸ ਜਸਟ ਆਨਲਾਈਨ ਕੰਪਲੀਟ ਕੀਤਾ ਜੀ। ਮੈਂ ਇਹ ਕੁਐਸਚਨ ਇਹਨਾਂ ਨੂੰ ਕਰਨਾ ਚਾਹੁੰਦੀ ਹਾਂ ਕਿ ਆਫਟਰ ਕੰਪਲੀਟਿੰਗ ਸਿਕਿਉਰਿਟੀ ਕੋਰਸ ਔਰ ਲਾਇਸੈਂਸ ਲੈਣ ਤੋਂ ਬਾਅਦ ਕੀ ਪੱਕਾ ਇਹ ਜੌਬ ਮਿਲ ਜਾਂਦੀ ਹੈ? ਜੀ, ਬਹੁਤ ਅੱਛਾ ਸਵਾਲ ਆ ਤੁਹਾਡਾ ਤੇ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਸੈਕਿੰਡ ਕੁਐਸਚਨ ਸਰ ਮੇਰਾ ਇੱਕ ਹੋਰ ਹੈ ਜੀ। ਲਾਇਸੈਂਸ ਮਤਲਬ ਕਿੰਨੀ ਦੇਰ ਬਾਅਦ ਆਉਂਦਾ ਹੈ ਆਫਟਰ ਲਾਈਕ ਰਿਜ਼ਲਟ?
ਰਿਜ਼ਲਟ ਤੋਂ ਬਾਅਦ ਲਾਇਸੈਂਸ ਕਦੋਂ ਇਸ਼ੂ ਹੁੰਦਾ ਹੈ, ਇਹੀ ਹੈ ਨਾ ਸਵਾਲ ਤੁਹਾਡਾ? ਹਾਂਜੀ। ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਆਵਾਂਗੇ, ਤੁਸੀਂ ਆਫ ਦੀ ਏਅਰ ਤੁਸੀਂ ਸੁਣ ਲੈਣਾ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਸੋ ਦਿਲ ਸਾਹਿਬ, ਇੱਕ ਬ੍ਰੇਕ ਦਾ ਵੀ ਸਮਾਂ ਹੋ ਚੱਲਿਆ। ਓਕੇ, ਬ੍ਰੇਕ ਤੋਂ break ਬਾਅਦ ਲਾਓ, ਆਪਾਂ ਫਿਰ ਇਸ ਸਵਾਲ ਦਾ ਜਵਾਬ ਦਿੰਦੇ ਹਾਂ। ਸੋ ਦਰਸ਼ਕੋ, ਕਿਤੇ ਜਾਇਓ ਨਾ, ਇਉਂ ਗਏ ਤੇ ਇਉਂ ਆਏ। ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕਿੰਨੀ ਦੇਰ ਕੀ ਦੀ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ? ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission. Property कोई भी होवे, residential building, commercial spaces, hotels, gas stations, motels and many more. अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। इंडियन cuisine ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ cuisine ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ serves you on 3 locations. For memorable food and exceptional value, you can contact us at. You can also mail us at. ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ 7 ਤੋਂ 8 ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਔਰ ਜਿੱਥੇ ਅਸੀਂ ਨਵੇਂ ਗੈਸਟ ਤੁਹਾਡੇ ਰੂਬਰੂ ਕਰਦੇ ਹਾਂ। ਨਾਲ ਦੀ ਨਾਲ ਸਾਡੀ ਹਮੇਸ਼ਾ ਕੋਸ਼ਿਸ਼ ਵੀ ਹੁੰਦੀ ਹੈ ਕਿ ਵਿਸ਼ੇ ਵੀ ਅਜਿਹੇ ਔਰ ਵਿਲੱਖਣ ਹੋਣ ਜਿਹਦੇ ਨਾਲ ਆਥੈਂਟਿਕ ਜਾਣਕਾਰੀ ਔਰ ਚੰਗੀ ਜਾਗਰੂਕਤਾ ਜਿਹੜੀ ਸਮਾਜ ਦੇ ਵਿੱਚ ਫੈਲ ਸਕੇ। ਇਹੀ ਸਾਡੀ ਵਿਜ਼ਨ ਪੰਜਾਬ ਟੀਵੀ ਦੀ ਕੋਸ਼ਿਸ਼ ਹਮੇਸ਼ਾ ਬਣੀ ਰਹੇਗੀ। ਔਰ ਤੁਹਾਡੇ ਜ਼ਿਹਨ 'ਚ ਕਿਸੇ ਕਿਸਮ ਦਾ ਕੋਈ ਸੁਝਾਅ ਹੋਵੇ, ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਪ੍ਰੋਗਰਾਮਿੰਗ ਜਿਹੜੀ ਹੋਰ ਵਧੀਆ ਕਰ ਸਕਦੇ ਹਾਂ, ਚੰਗਾ ਕੁਛ ਕਰ ਸਕਦੇ ਹਾਂ ਤੁਹਾਡੇ ਲਈ, ਉਹਦੇ ਲਈ ਵੀ ਜਿਹੜਾ ਫੀਡਬੈਕ ਦੇਣਾ ਨਾ ਭੁੱਲਿਆ ਕਰੋ। ਔਰ ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ ਅਸੀਂ ਹਮੇਸ਼ਾ ਹੀ ਇਸ ਤਰੀਕੇ ਦੇ ਨਾਲ ਉਹਨੂੰ ਤਿਆਰ ਕਰਨ ਦੀ ਟਰਾਈ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਲਈ ਉਹ ਚੰਗਾ ਹੋਵੇ, ਵਧੀਆ ਹੋਵੇ ਔਰ ਕੋਈ ਬੋਰੀਅਤ ਦਾ ਅਹਿਸਾਸ ਨਾ ਹੋਵੇ। ਆਥੈਂਟਿਕ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ। ਔਰ ਅੱਜ ਜਿਹੜਾ ਅਸੀਂ ਵਿਸ਼ਾ ਇਸੇ ਲੜੀ ਦੇ ਵਿੱਚ ਪੇਸ਼ ਕਰ ਰਹੇ ਹਾਂ ਸਿਕਿਉਰਿਟੀ ਨਾਲ ਸੰਬੰਧਿਤ ਹੈ। ਜਿਵੇਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਕਿ ਪੁਲਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਪੁਲਿਸ ਤੋਂ ਬਾਅਦ ਜਾਂ ਪੁਲਿਸ ਦੀ ਤਰਜ਼ ਦੇ ਉੱਪਰ ਸਿਕਿਉਰਿਟੀ ਸਿਸਟਮ ਜਿਹੜਾ ਉਹ ਘੜਿਆ ਗਿਆ ਔਰ ਕਿਸ ਤਰ੍ਹਾਂ ਦੀ ਉਹਦੇ ਵਿੱਚ ਜਿਹੜੀ ਪਾਲਣਾ ਕਰਨੀ ਹੁੰਦੀ ਹੈ, ਨੋਰਮਸ ਕੀ ਹੁੰਦੇ ਨੇ, ਕੀ ਬੰਦੇ ਨੂੰ ਚਾਹੀਦਾ ਸਿਕਿਉਰਿਟੀ ਲਾਇਸੈਂਸ ਲੈਣ ਲਈ, ਜਾਂ ਸਿਕਿਉਰਿਟੀ ਗਾਰਡ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਖੜਾ ਜਾਂ ਏਅਰਪੋਰਟਸ ਦੇ ਉੱਪਰ ਖੜਾ, ਤਾਂ ਸਾਨੂੰ ਕੀ ਉਹਨਾਂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ। ਕਈ ਵਾਰੀ ਅਸੀਂ ਉਹਨਾਂ ਦੇ ਗਲ ਪੈ ਜਾਂਦੇ ਹਾਂ ਸਿਕਿਉਰਿਟੀ ਗਾਰਡ ਦੇ ਉੱਪਰ, ਕਿਉਂਕਿ ਸਿਕਿਉਰਿਟੀ ਵੀ ਇੱਕ ਕਿਸਮ ਦੀ ਪੁਲਿਸ ਹੈ, ਇੱਕ ਕਿਸਮ ਦੇ ਲਾਜ਼ ਨੂੰ ਫੋਲੋ ਕਰ ਰਹੀ ਹੈ ਔਰ ਤੁਹਾਨੂੰ ਵੀ ਇਨਫੋਰਸਮੈਂਟ ਦੇ ਤੌਰ 'ਤੇ ਫੋਲੋ ਕਰਵਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ। ਪਰ ਸਾਡੀ ਵੀ ਇੱਕ ਚੰਗੇ ਨਾਗਰਿਕ ਹੋਣ ਦੇ ਤੌਰ 'ਤੇ ਸਾਡੀ ਜ਼ਿੰਮੇਵਾਰੀ ਹੈ। ਕਿਹੜੀ ਜ਼ਿੰਮੇਵਾਰੀ ਹੈ ਉਹਦੇ ਬਾਰੇ ਜਾਣਦੇ ਹਾਂ। ਸੁਖਦੀਪ ਦਿਓਲ ਜੀ ਤੋਂ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਸਵਾਗਤ ਰਮਨ ਜੀ। ਔਰ
ਜੋ ਸਵਾਲ ਪਹਿਲਾਂ ਭੈਣ ਜੀ ਨੇ ਪੁੱਛੇ ਸੀ ਉਹਦੇ ਬਾਰੇ ਆਪਾਂ ਹੁਣ ਗੱਲ ਕਰ ਲਈਏ। ਜੀ ਬਿਲਕੁਲ, ਉਹਨਾਂ ਦਾ ਸਵਾਲ ਸੀ ਇਹ ਸੀ ਕਿ ਜਦੋਂ ਉਹਨਾਂ ਨੇ ਕੋਰਸ ਜਿਹੜਾ ਸਿਕਿਉਰਿਟੀ ਦਾ ਕੀਤਾ ਔਰ ਕਿੰਨੀ ਦੇਰ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਕਿੰਨੀ ਦੇਰ ਬਾਅਦ ਜਿਹੜਾ ਲਾਇਸੈਂਸ ਆ ਜਾਂਦਾ, ਪਹਿਲਾ ਸਵਾਲ। ਦੂਜਾ ਸਵਾਲ ਇਹ ਸੀ ਕਿ ਜੌਬ ਦੀ ਕੀ ਗਾਰੰਟੀ ਹੈ। ਰਾਈਟ, ਹਾਂ, ਇਸ ਦੇ ਬਾਰੇ ਜੋ ਸੱਚਾਈ ਇਹ ਹੈ ਕਿ ਸਿਰਫ ਕੋਰਸ ਕਰ ਲੈਣ ਨਾਲ ਲਾਇਸੈਂਸ ਨਹੀਂ ਮਿਲੂਗਾ। ਕੋਰਸ ਦਾ ਹੈਗਾ ਕਿ 40 ਆਵਰ ਇਨ ਕਲਾਸ ਜੀ ਜਾਂ 40 ਆਵਰ ਔਨ ਵੈਬ ਟ੍ਰੇਨਿੰਗ। ਤੇ ਸਾਡੀ ਜਿਹੜੀ ਕੰਪਨੀ ਆ, ਅਸੀਂ ਦੋਨੋਂ ਕਿਸਮ ਦੀ ਟ੍ਰੇਨਿੰਗ ਕਰਦੇ ਆ। ਵੈਬ ਤੇ ਵੀ ਅਸੀਂ ਜਲਦੀ ਸ਼ੁਰੂ ਕਰਨ ਵਾਲੇ ਆ। ਅਸੀਂ ਲਾਇਸੈਂਸ ਨਾਲ ਅਪਰੂਵਡ ਹੈ ਮਿਨਿਸਟਰੀ ਤੋਂ ਜੀ, ਔਰ ਉਹ ਲਾਇਸੈਂਸ ਲੈਣ ਲਈ ਉਹ ਜ਼ਰੂਰੀ ਹੈ। ਉਹ ਜਦ ਤਾਈਂ ਟ੍ਰੇਨਰ ਸਰਟੀਫਾਈ ਨਹੀਂ ਕਰੂਗਾ, ਇੱਕ ਕੋਡ ਦੇਊਗਾ, ਨੰਬਰ ਦੇਊਗਾ, ਉਹ ਟੈਸਟ ਨਹੀਂ ਦੇ ਸਕਦਾ ਕੈਂਡੀਡੇਟ। ਨਹੀਂ ਉਹ ਜਿਹੜਾ ਕਨਫਿਊਜ਼ਨ ਇਹ ਆ ਕਿ ਵੀ ਜਦੋਂ ਆਪਾਂ ਮੰਨ ਲਓ ਆਪਣੇ ਸਾਰੀਆਂ ਰਿਕੁਆਇਰਮੈਂਟਸ ਆਪਾਂ ਸ਼ਰਤਾਂ ਪੂਰੀਆਂ ਕਰ ਲਈਆਂ Right. ਔਰ ਉਸ ਤੋਂ ਬਾਅਦ ਇੱਕ ਕੋਰਸ ਵੀ ਕਰ ਲਿਆ ਜੋ ਇਹਦੇ ਨਾਲ ਰਿਲੇਟਡ ਹੈ, ਸਹੀ ਹੈ। ਫਿਰ ਉਸ ਤੋਂ ਬਾਅਦ ਲਾਇਸੈਂਸ ਲੈਣ ਦੇ ਲਈ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਟ੍ਰੇਨਿੰਗ ਲੈਣੀ ਲੋ ਪਊਗੀ ਪਹਿਲਾਂ, ਫਿਰ ਟੈਸਟ ਦੇਣਾ ਪਊਗਾ। ਡਰਾਈਵ ਸੈਂਟਰਸ ਦੇ ਵਿੱਚ ਜਿਹੜੇ ਸਰਕੋ ਕੰਪਨੀ ਹੈ ਜੀ। ਉਹ ਪ੍ਰੋਵਿੰਸ ਦੇ ਬਿਹਾਫ ਤੇ ਟੈਸਟ ਕੰਡਕਟ ਕਰਦੀ ਆ। ਉਹ ਲਿਖਤੀ ਵੀ, ਕੰਪਿਊਟਰ ਤੇ ਵੀ, ਜੋ ਵੀ ਤੁਹਾਨੂੰ ਸਹੂਲਤ ਹੈ। ਜੀ। ਉਹ ਮੇਰੇ ਖਿਆਲ ਮਲਟੀ ਲੈਂਗੁਏਜਸ ਵੀ ਕਰਦੇ ਨੇ, ਪੰਜਾਬੀ ਹਿੰਦੀ ਚ ਵੀ ਕਰਦੇ ਨੇ। ਤਾਂ ਉਹ ਟੈਸਟ ਦੇਣ ਤੋਂ ਬਾਅਦ ਜੀ 30 ਬਿਜ਼ਨਸ ਡੇ ਮਿਨਿਸਟਰੀ ਕਹਿੰਦੀ ਹੈ। ਬਿਜ਼ਨਸ ਡੇਜ਼ ਮੀਨਸ ਕਿ ਸ਼ਨੀਚਰ ਐਤਵਾਰ ਤੇ ਛੁੱਟੀਆਂ ਵਿਚਾਰਣੀਆਂ ਕੱਢ ਕੇ ਤੁਹਾਨੂੰ ਲਾਇਸੈਂਸ ਮਿਲ ਜੂਗਾ। 30 ਦਿਨਾਂ ਦੇ ਵਿੱਚ ਜਿਹੜੇ ਵਰਕਿੰਗ ਡੇਜ਼ 30 ਦਿਨ ਹੈ 30 working ਉਦੋਂ days। ਉਹਨਾਂ ਨੂੰ ਗਿਣ ਲਈਏ ਤਾਂ ਟੈਸਟ ਦੇਣ ਤੋਂ ਬਾਅਦ, ਟੈਸਟ ਦੇਣ ਤੋਂ ਬਾਅਦ ਪ੍ਰੋਵਾਈਡਰ ਪਾਸ ਹੋਵੇ, ਮਤਲਬ ਰਿਜ਼ਲਟ ਵੀ ਆ ਗਿਆ ਤੇ ਪਾਸ ਵੀ ਪਾਸ ਵੀ ਹੋਵੇ, ਫਿਰ 30 ਦਿਨਾਂ ਦੇ 30 ਵਿੱਚ ਦਿਨਾਂ ਦੇ ਵਿੱਚ ਉਹਨੂੰ ਲਾਇਸੈਂਸ ਆ ਜਾਊਗਾ। ਜੀ। ਆਨਲਾਈਨ ਉਹਨੂੰ ਅੱਜ ਕੱਲ ਡਿਜੀਟਲ ਲਾਇਸੈਂਸ ਕਹਿੰਦੇ ਆ, ਉਹ ਫੋਨ ਤੇ ਲੈਪਟਾਪ ਤੇ ਜਿਸ ਤੇ ਉਹ ਚੱਲ ਜਾਂਦਾ। ਪਰ ਦੂਜਾ ਸਵਾਲ ਉਹਨਾਂ ਦਾ ਇਹ ਸੀ ਕਿ ਜੌਬ ਦੀ ਕਿਸ ਤਰ੍ਹਾਂ ਦੀ ਗਾਰੰਟੀ ਹੈ। ਇਹਦੇ ਬਾਰੇ ਸਿਚੁਏਸ਼ਨ ਇਹ ਹੈ ਕਿ ਇਹ ਸਰਪਲਸ ਕਿੱਤਾ ਹੈ। ਜਿਵੇਂ ਕਿਸੇ ਸਮੇਂ ਦੇ ਵਿੱਚ ਨਰਸਾਂ ਨੂੰ ਸਰਪਲਸ ਕਹਿੰਦੇ ਸੀਗੇ, ਜੀ ਜੀ, ਡਾਕਟਰਾਂ ਨੂੰ ਤਾਂ ਨਹੀਂ ਕਹਿੰਦੇ ਪਰ ਨਰਸਾਂ ਨੂੰ ਜ਼ਰੂਰ ਕਹਿੰਦੇ ਸੀ। ਹੋਰ ਕਈ ਪ੍ਰੋਫੈਸ਼ਨ ਦੇ ਵਿੱਚ ਕਹਿੰਦੇ ਸੀ ਸਰਪਲਸ ਹੈ, ਤੇ ਇਹ ਵੀ ਸਰਪਲਸ ਹੈ। 84,000 ਤੋਂ ਵੱਧ ਸਿਕਿਉਰਿਟੀ ਗਾਰਡ ਲਾਇਸੈਂਸ ਨੇ ਪ੍ਰੋਵਿੰਸ ਦੇ ਵਿੱਚ, ਅੱਛਾ, ਮਤਲਬ ontario ਵਾਈਡ। ਓਨਟਾਰੀਓ 'ਚ, ਵਾਹ ਵਾਹ ਜੀ। ਔਰ 700 ਤੋਂ ਉੱਤੇ ਕੰਪਨੀਆਂ ਨੇ ਜਿਹੜੀਆਂ ਕਿ ਲਾਇਸੈਂਸਡ ਹੈ ਇਸ ਕਿਤੇ ਨੂੰ ਚਲਾਉਣ ਲਈ। ਬਿਲਕੁਲ ਚਾਹੇ ਉਹ ਸਾਡੇ ਵਾਂਗੂ ਹਾਇਰ ਕਰਕੇ ਗਾਹਾਂ ਦਿੰਦੀ ਹੈ, ਜੀ, ਚਾਹੇ ਉਹ ਖੁਦ ਰੱਖਦੀ ਹੈ, ਚਾਹੇ ਕੰਪਨੀਆਂ ਜਿਵੇਂ ਵਾਲਮਾਰਟ ਹੈ ਉਹਦੇ ਆਪਣੇ ਸਿਕਿਉਰਿਟੀ ਗਾਰਡ ਨੇ, ਜੀ। ਜਾਂ ਹੋਰ ਜਿਹੜੇ ਬੜੇ ਅਦਾਰੇ ਨੇ ਉਹਨਾਂ ਦੇ ਆਪਣੇ ਨੇ। ਤੇ ਉਹ ਇਦਾਂ ਦੀ ਸਾਰੇ ਮਿਲਾ ਕੇ 700 ਤੋਂ ਉੱਤੇ ਉਹ ਨੇ। ਜੀ। ਤਾਂ ਹੁਣ ਜਦੋਂ ਕੋਈ ਚੀਜ਼ ਸਰਪਲਸ ਹੋਵੇ ਤਾਂ ਉੱਥੇ ਫਿਰ ਜੌਬ ਦੀ ਗਾਰੰਟੀ ਕੋਈ ਨਹੀਂ ਦੇ ਸਕਦਾ। ਠੀਕ ਬਸ ਇਹੀ ਡਿਪੈਂਡ ਕਰਦਾ ਹੈ ਕਿ ਤੁਸੀਂ ਜਿੱਦਾਂ ਵੀ ਸ਼ੁਰੂ ਕਰੋ, ਚਾਹੇ ਪਾਰਟ ਟਾਈਮ ਕਰੋ ਚਾਹੇ ਫੁੱਲ ਟਾਈਮ ਕਰੋ, ਜੀ। ਇਹਨੂੰ ਸੌਂ ਕੇ ਬਹਿ ਕੇ ਆਉਣ ਵਾਲਾ ਕਿੱਤਾ ਨਾ ਸਮਝੋ, ਕਿਉਂਕਿ ਇਹ ਇੱਕ ਪੌੜੀ ਆ ਜਿਸ ਰਾਹੀਂ ਅੱਗੇ ਹੋਰ ਬਹੁਤ ਰਾਹ ਖੁੱਲਦੇ ਆ। ਖੁੱਲਦੇ ਨੇ, ਬਿਲਕੁਲ। ਚਾਹੇ ਉਹ ਪੁਲਿਸ ਹੋਵੇ, ਐਕਸਪੀਰੀਅੰਸ ਵੀ ਤਾਂ ਮੰਨਿਆ ਜਾਂਦਾ ਨਾ, ਕਾਊਂਟ ਹੁੰਦਾ ਜੀ। ਚਾਹੇ ਪੁਲਿਸਿੰਗ ਹੋਵੇ, ਚਾਹੇ ਕਰੈਕਸ਼ਨਲ ਸਰਵਿਸਿਜ਼ ਹੋਣ, ਜੀ, ਚਾਹੇ CBSA ਹੋਵੇ, ਬਾਰਡਰ ਸਿਕਿਉਰਿਟੀ ਵਾਲੇ ਹੋਣ, ਜੀ। ਐਨੀ ਕਿਸਮ ਆਫ ਫੈਡਰਲ ਜਾਂ ਜੋ ਵੀ ਪ੍ਰੋਵਿੰਸ਼ੀਅਲ ਜੌਬਸ ਨੇ, ਜੀ। ਉਹਨਾਂ ਲਈ ਇੱਕ ਇਹਨੂੰ ਸਟੈਪਿੰਗ ਸਟੋਨ ਮੰਨਿਆ ਜਾਂਦਾ ਹੈ। ਜੀ ਜੀ। ਸੋ ਬਹੁਤ ਵਾਰੀ ਤੇ ਤੁਸੀਂ ਵੀ ਦੇਖਿਆ ਹੋਣਾ, ਖੈਰ ਤੁਹਾਡੀ ਤਾਂ ਵਾਹ ਪੈਂਦਾ ਹੀ ਰਹਿੰਦਾ। Right. ਅਸੀਂ ਦੇਖਦੇ ਹਾਂ ਐਜ਼ ਇੱਕ ਆਮ ਇਨਸਾਨ ਦੇ ਤੌਰ ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਜਿਵੇਂ ਜਿਹੜੇ ਸ਼ਾਪਿੰਗ ਮਾਲਸ ਹੈ ਜਾਂ ਸਟੋਰਸ ਦੇ ਉੱਪਰ ਜਿਹੜੇ ਸਾਡੇ ਸਿਕਿਉਰਿਟੀ ਗਾਰਡਸ ਖੜੇ ਹੁੰਦੇ ਨੇ, ਜਾਂ ਮਤਲਬ ਕਈ ਵਾਰੀ ਅਸੀਂ ਦੇਖਦੇ ਹਾਂ, ਔਰ ਜਦੋਂ ਕੋਈ ਸਿਕਿਉਰਿਟੀ ਗਾਰਡ ਸਾਨੂੰ ਕਹਿੰਦਾ ਹੈ ਕਿ ਵੀ ਤੁਸੀਂ ਡੋਂਟ ਪਾਰਕ ਹੇਅਰ, ਤੁਸੀਂ ਇਹ ਨਾ ਕਰੋ, ਉਹ ਨਾ ਕਰੋ, ਜੋ ਡੂ ਐਂਡ ਡੋਂਟਸ, ਡੂ ਐਂਡ ਡੋਂਟਸ, ਤਾਂ ਰਾਈਟ। ਅਸੀਂ ਕਈ ਵਾਰੀ ਉਹਨਾਂ ਦੀ ਗੱਲ ਨੂੰ ਇਗਨੋਰ ਕਰਦੇ ਹਾਂ ਵੀ ਤੂੰ ਵੱਡਾ DC ਲੱਗਿਆ, ਮਤਲਬ ਇਹ ਸਾਡਾ Yes. ਇਹੀ ਸਾਡਾ ਖਾਸ ਕਰਕੇ ਆਪਣੇ ਵਰਗਿਆਂ ਨੂੰ ਦੇਖ ਕੇ। ਸੋ ਇਹ ਕਿੱਡੀ ਇੱਕ ਤਾਂ ਮੈਨੂੰ ਦੱਸੋ ਵੀ ਕਿੱਡੀ ਚੰਗੀ ਗੱਲ ਆ। ਔਰ ਜਦੋਂ ਇਸ ਤਰ੍ਹਾਂ ਦਾ ਕੋਈ ਵਾਹ ਪੈਂਦਾ ਹੈ ਕਿਸੇ, ਜਿਵੇਂ ਆਪਾਂ ਸਿਰਫਰੇ ਦੇ ਨਾਲ ਕਿਸੇ ਦਾ ਵਾਹ ਪੈ ਗਿਆ, ਸਿਕਿਉਰਿਟੀ ਗਾਰਡ ਆਪਣੀ ਜੌਬ ਕਰ ਰਿਹਾ, ਤਾਂ ਉਹ ਸਿਕਿਉਰਿਟੀ ਗਾਰਡ ਕੋਲੇ ਕਿੰਨੇ ਰਾਈਟਸ ਹੈ, ਕਿੰਨੇ ਆਪਣੇ ਹੱਥ ਦੇ ਵਿੱਚ ਪਾਵਰਸ ਹੈ, ਸ਼ਕਤੀਆਂ ਨੇ ਕਿ ਉਹ ਉਹਨਾਂ ਨੂੰ ਵਰਤ ਕੇ ਪੁਲਿਸ ਨੂੰ ਜਾਂ ਤੁਹਾਡੇ ਨਾਲ ਸੰਪਰਕ ਕਰ ਸਕੇ। ਬਿਲਕੁਲ ਸਹੀ ਤੁਸੀਂ ਆਖਿਆ। ਔਰ ਰਮਨ ਜੀ, ਇਹਦੇ ਵਿੱਚ ਜੋ ਬੇਸਿਕ ਬੁਨਿਆਦੀ ਜੋ ਨੁਕਤਾ ਇਹ ਹੈ ਕਿ ਸਿਕਿਉਰਿਟੀ ਗਾਰਡ ਜਿੱਥੇ ਵੀ ਤੁਸੀਂ ਖੜਾ ਦੇਖਦੇ ਹੋ, ਚਾਹੇ 에ਅਰਪੋਰਟ, ਚਾਹੇ ਸ਼ਾਪਿੰਗ ਮਾਲ, ਚਾਹੇ ਹਸਪੀਟਲ, ਚਾਹੇ ਯੂਨੀਵਰਸਿਟੀ ਕਾਲਜ, ਜਾਂ ਕਿਸੇ ਵੀ ਦੁਕਾਨ ਦੇ ਅੰਦਰ ਵੀ ਦੇਖਦੇ ਹੋ, ਤਾਂ ਉਹ ਆਪਣੀ ਮਰਜ਼ੀ ਨਾਲ ਨਹੀਂ ਖੜਾ ਉੱਥੇ। ਉਹਨੂੰ ਉਸ ਅਦਾਰੇ ਨੇ ਕੁਝ ਜ਼ਿੰਮੇਵਾਰੀਆਂ ਦੇ ਕੇ, ਨਾਲ ਹੱਕ ਦੇ ਕੇ, ਕਿਉਂਕਿ ਜਦੋਂ ਉਹਨੂੰ ਲਾਇਸੈਂਸ ਮਿਲ ਗਿਆ ਤਾਂ ਉਹ ਹੱਕਾਂ ਨੂੰ ਉਹ ਲਾਗੂ ਕਰਵਾ ਸਕਦਾ ਹੈ। ਬਿਲਕੁਲ ਠੀਕ ਹੈ। ਤਾਂ ਉਹਨੂੰ ਉੱਥੇ ਖੜਾ ਕੀਤਾ ਗਿਆ ਔਨ ਬਿਹਾਫ ਆਫ ਦੈਟ ਸ਼ਾਪ, ਮਾਲ, ਸਕੂਲ, ਜੋ ਵੀ ਹੈ। ਜੀ।
ਤਾਂ ਉਹ ਜੇ ਉਹਨਾਂ ਨੇ ਆਖਿਆ ਵੀ ਇਸ ਲੋਟ ਤੇ ਪਾਰਕਿੰਗ ਨਹੀਂ ਕਰਨ ਦੇਣੀ ਤਾਂ ਉਹ ਨਹੀਂ ਕਰਨ ਦੇਊਗਾ। ਠੀਕ ਹੈ ਔਰ ਰਹੀ ਗੱਲ ਸਿਰ ਫਿਰਿਆਂ ਦੀ, ਜੀ ਆਊਟ ਆਫ 10 ਚੋਂ 2-3 ਜ਼ਰੂਰ ਆਉਂਦੇ ਆ। ਔਰ ਖਾਸ ਕਰਕੇ ਜੇ ਆਪਣੇ ਵਰਗੇ ਸਕਿਨ ਵਾਲੇ ਹੋਣ ਤਾਂ ਉਹਨਾਂ ਨੂੰ ਤਾਂ ਉਹੀ ਐਫ ਵਰਡ ਨਾਲ ਹੀ ਐਡਰੈਸ ਕੀਤਾ ਜਾਂਦਾ ਮਤਲਬ ਸ਼ੁਰੂਆਤ ਹੀ ਗਾਲ ਨਾਲ ਹੁੰਦੀ ਹੈ। ਜੀ ਜੀ ਤਾਂ ਇਸ ਕੰਮ ਲਈ ਦੋ ਹੀ ਰਸਤੇ ਨੇ ਜੀ, ਫਾਈਟ ਔਰ ਫਲੀ, ਜਾਂ ਜੂਝ ਮਾਰ ਤੇ ਜਾਂ ਭੱਜ ਲਾ। ਠੀਕ ਹੈ ਬਟ ਪ੍ਰੋਫੈਸ਼ਨ ਇਹ ਕਹਿੰਦਾ ਹੈ ਕਿ ਜਿੱਥੇ ਵੀ ਤੁਹਾਨੂੰ ਜੀ ਆਪਣੀ ਜਾਨ ਤੇ ਖਤਰਾ ਮਹਿਸੂਸ ਹੋਵੇ ਜਾਂ ਮਾਲ ਅਸਬਾਬ ਤੇ ਖਤਰਾ ਮਹਿਸੂਸ ਹੋਵੇ, ਤੁਸੀਂ ਓਨਾ ਹੀ ਇੰਟਰਵੀਨ ਕਰਨਾ ਹੈ ਕਿ ਜਿਹਦੇ ਨਾਲ ਤੁਹਾਡਾ ਆਪਣਾ ਜਾਂ ਜਾਨੀ ਮਾਲੀ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ। ਜੀ ਜੀ ਜੀ, ਇਹਦਾ ਮਤਲਬ ਇਹ ਭੱਜਣਾ ਨਹੀਂ ਹੈ ਜੀ। ਇੱਕ ਹੋਰ ਨਾਲ ਦੀ ਨਾਲ ਇਸੇ ਸਵਾਲ ਦੇ ਨਾਲ ਹੀ ਜੁੜੀ ਹੋਈ ਗੱਲ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ 2-3 ਦੁਰਘਟਨਾਵਾਂ ਦੇਖੀਆਂ ਸੀ ਸੋਸ਼ਲ ਵਾਇਰਲ ਦੇ ਉੱਪਰ, ਦੇਖੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ। ਕਤਲ ਕੀਤੇ ਗਏ ਆ ਇੱਕ ਦੋ ਸਿਕਿਉਰਿਟੀ ਗਾਰਡਸ ਦੇ, ਮੈਂ ਅਮਰੀਕਾ ਦੀ ਗੱਲ ਕਰ ਰਿਹਾ ਜਾਂ ਮੈਂ ਹੋਰ ਲੋਕਲ ਵਾਈਡ ਵੀ, ਜਾਂ ਕਈ ਵਾਰੀ ਸੱਟ ਫੇਟ ਮਾਰੀ ਜਾਂਦੀ ਹੈ ਜਾਂ ਸਿਕਿਉਰਿਟੀ ਗਾਰਡ ਦੇ ਥੱਪੜ ਹੀ ਵੱਜ ਜਾਂਦਾ ਕਿ ਮਤਲਬ ਹਾਂਜੀ ਅਸੌਲਟ ਕਹਿ ਲਓ। ਹੁਣ ਤਾਂ ਖੈਰ ਕੋਵਿਡ-19 ਕਰਕੇ ਜਿਹੜੇ ਆਪਣੇ ਨਹੀਂ ਥੁੱਕ ਦਿੰਦੇ ਨੇ, ਖੰਘ ਦਿੰਦੇ ਨੇ, ਬਹੁਤ ਕੁਝ ਚੱਲ ਰਿਹਾ। ਉਸ ਕੋਵਿਡ-19 ਕਰਕੇ ਅੱਜ ਕੱਲ ਜਿਹੜੇ ਬੈਂਕਟ ਹਾਲ ਆ ਜਾਂ ਹੋਰ ਪੱਬ ਬਾਰ ਜਿਹੜੇ ਉਹ ਬੰਦ ਨੇ। ਔਰ ਜਦੋਂ ਦਾਰੂ ਪੀਤੀ ਖਾਧੀ ਦੇ ਵਿੱਚ ਸਿਕਿਉਰਿਟੀ ਗਾਰਡ ਦੇ ਨਾਲ ਵੀ ਜਿਹੜੀ ਆ ਉਹ ਖਹਿਬਾਜੀ ਹੋ ਜਾਂਦੀ, ਧੱਕੇ ਮੁੱਕੀ ਹੋ ਜਾਂਦੀ ਆ, ਉਦੋਂ ਸਿਕਿਉਰਿਟੀ ਗਾਰਡ ਦੀ ਕੀ ਡਿਊਟੀ ਔਰ ਕੀ ਸਿਕਿਉਰਿਟੀ ਗਾਰਡ ਆਪ ਸੇਫ ਹੈ? ਹਾਂਜੀ, ਉਹਦੇ ਵਿੱਚ ਜੋ ਬੇਸਿਕ ਇੱਕ ਨੁਕਤਾ ਜਾਂ ਮੁੱਦਾ ਸਿਖਾਇਆ ਜਾਂਦਾ ਚੰਗੀ ਸਿਕਿਉਰਿਟੀ ਕੰਪਨੀ ਵੱਲੋਂ ਇਹੀ ਹੈ ਕਿ ਬੀ ਫਰਮ ਬਟ ਪੋਲਾਈਟ। ਜੀ, ਓਏ ਇੱਥੇ ਨਾ ਖੜਾ ਹੋ, ਇਦਾਂ ਨਹੀਂ ਹੈ। ਸਿਰਫ ਤੁਸੀਂ ਇਹ ਕਹਿ ਸਕਦੇ ਹੋ ਸਰ ਯੂ ਕੈਨ ਨਾਟ ਸਟੈਂਡ ਹੇਅਰ ਔਰ ਡੂ ਦਿਸ ਥਿੰਗ ਹੇਅਰ, ਦਿਸ ਐਕਟੀਵਿਟੀ ਹੇਅਰ। ਜੀ ਠੀਕ ਹੈ। ਹੁਣ ਉਹੀ ਗੱਲ ਆਪਣੀ ਕਿ ਉਹ ਖੈਬੜ ਪਊਗਾ ਤੇਰੇ ਪਿਓ ਦੀ ਹੈ, ਹੂ ਆਰ ਯੂ, ਰਾਈਟ? ਤਾਂ ਉਹਨੂੰ ਕਹੂਗਾ ਕਿ ਮੈਂ ਠੀਕ ਹੈ ਇੱਥੇ ਆਈ ਐਮ ਔਨ ਡਿਊਟੀ, ਆਈ ਐਮ ਡੂਇੰਗ ਮਾਈ ਜੌਬ, ਹੇਅਰ ਇਜ਼ ਦਾ ਨੋਟਿਸ। ਜੀ ਜੀ, ਨੋ ਲੋਇਟਰਿੰਗ, ਨੋ ਸਕੇਟਬੋਰਡਿੰਗ, ਨੋ ਪਾਰਕਿੰਗ, ਜੋ ਵੀ ਹੈ। ਤਾਂ ਉਹਨੂੰ ਹਵਾਲਾ ਦੇ ਕੇ ਉਹਨੂੰ ਕਹਿ ਸਕਦਾ ਠੀਕ ਹੈ ਕਿ ਸਰ ਹਮ ਫਰਮ ਹੈ ਨਾ, ਬਿਲਕੁਲ। So even the company's president doesn't do this. I don't do this. You are not allowed to do this. जी. So you have to leave. ठीक है। I ask you to leave. ਜੀ, ਤਾਂ ਫਿਰ ਜਦੋਂ ਉਹਨਾਂ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਜਾਂ ਮਤਲਬ ਬਹੁਤ ਸਾਰੀਆਂ ਚੀਜ਼, ਤਾਂ ਉਦੋਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਆ ਸੇਫਟੀ ਮੁਹੱਈਆ ਕਰਵਾਉਂਦੇ ਹੋ? ਸੇਫਟੀ ਇਹ ਹੈ ਜੀ ਕਿ ਅਸੀਂ ਮੋਸਟਲੀ ਉਹਨਾਂ ਨੂੰ ਬਾਡੀ ਆਰਮਰ ਦਿੰਨੇ ਆ ਜੀ। ਇੱਕ ਜਿਵੇਂ ਪੁਲਿਸ ਨੇ ਵੈਸਟ ਪਾਈ ਹੁੰਦੀ ਹੈ, ਉਹ ਬਲਿਸਟਿਕ ਹੁੰਦੀ ਹੈ ਕਿ ਬੁਲਟ ਪ੍ਰੂਫ ਹੁੰਦੀ ਹੈ ਜੀ। ਬਟ ਸਾਨੂੰ ਬੁਲਟ ਪ੍ਰੂਫ ਦੀ ਲੋੜ ਨਹੀਂ ਹੁੰਦੀ। ਸਾਨੂੰ ਇੱਕ ਐਸਾ ਹੁੰਦਾ ਉਸੇ ਬਣਤਰ ਤੇ ਹੈ, ਕੈਵਲਾਰ ਦਾ ਬਣਿਆ ਹੁੰਦਾ ਕਿ ਜਿਹਦੇ ਵਿੱਚ ਐਟਲੀਸਟ ਚਾਕੂ ਨਹੀਂ ਜਾ ਸਕਦਾ ਜੀ, ਸ਼ਾਰਪ ਐਜਡ ਵੈਪਨ ਨਹੀਂ ਜਾ ਸਕਦਾ। ਤੇ ਸਿਕਿਉਰਿਟੀ ਗਾਰਡ ਦੇ ਕੋਲੇ ਹਥਿਆਰ ਦਾ ਹੋਣਾ ਲਾਜ਼ਮੀ ਹੈ ਜਾਂ ਨਹੀਂ? ਯੈਸ। ਹੁਣ ਪ੍ਰੋਟੈਕਸ਼ਨ ਲਈ ਉਹਦੇ ਕੋਲੇ ਦੋ ਚੀਜ਼ਾਂ ਹੁੰਦੀਆਂ ਨੇ, ਉਹ ਪ੍ਰੋਵਾਈਡਰ ਉਹਨੂੰ ਉਸ ਦੀ ਟ੍ਰੇਨਿੰਗ ਮਿਲੀ ਹੋਵੇ, ਉਹਨੂੰ ਯੂਜ਼ ਆਫ ਫੋਰਸ ਕਹਿੰਦੇ ਆ। ਹੈਂਡਕਫ, ਹੱਥਕੜੀਆਂ ਜੀ, ਤੇ ਬਟਾਨ। ਉਹ ਐਕਸਟੈਂਡੇਬਲ ਹੁੰਦੀ ਹੈ, ਉਦਾਂ ਇੰਨੀ ਕੁ ਹੁੰਦੀ ਹੈ, ਬਟ ਦ ਮੋਮੈਂਟ ਉਹਨੂੰ ਤੁਸੀਂ ਇਦਾਂ ਸ਼ੇਕ ਕਰਦੇ ਹੋ ਤਾਂ ਉਹ ਤਕਰੀਬਨ 12 ਤੋਂ 16 ਇੰਚ ਐਕਸਟੈਂਡ ਹੋ ਜਾਂਦੀ ਹੈ। ਤਾਂ ਉਹਦਾ ਸਿਰਾ ਅੱਗੋਂ ਜਿਹੜਾ ਹੁੰਦਾ ਉਹ ਰਾਉਂਡ ਹੁੰਦਾ ਐਂਡ ਉਹ ਬੁਰੀ ਤਰ੍ਹਾਂ ਵੱਜਦੀ ਹੈ। ਅੱਛਾ। ਤਾਂ ਇੱਕ ਤਾਂ ਉਹ ਆਪਸ਼ਨ ਹੈ ਯੂਜ਼ ਆਫ ਫੋਰਸ ਆਫ ਯੂਜ਼ਿੰਗ ਬੈਟਨ ਐਂਡ ਹੈਂਡਕਫਸ ਅਰੈਸਟ ਕਰ ਸਕਦਾ ਹੈ, ਬਟ ਉਹਨੂੰ ਜਸਟੀਫਿਕੇਸ਼ਨ ਦੇਣੀ ਪਊਗੀ ਕਿ ਮੇਰੀ ਜਾਨ ਨੂੰ ਖਤਰਾ ਸੀ, ਇਸ ਕਰਕੇ ਮੈਂ ਉਹਨੂੰ, ਜਾਂ ਉੱਥੇ ਮੌਜੂਦ ਲੋਕਾਂ ਨੂੰ ਖਤਰਾ ਸੀ, ਜਾਂ ਉਸ ਬਿਲਡਿੰਗ ਨੂੰ ਖਤਰਾ ਸੀ, ਇਹ ਭੰਨਤੋੜ ਕਰ ਰਿਹਾ ਸੀ, ਮੈਂ ਇਹਨੂੰ ਸਮਝਾਇਆ ਨਹੀਂ ਗਿਆ। ਤਾਂ ਅਖੀਰਲਾ ਲਾਸਟ ਰਿਜ਼ੋਰਟ ਜੀ, ਆਖਰੀ ਜੋ ਹਥਿਆਰ ਮੇਰੇ ਕੋਲ ਸੀ ਇਹ ਸੀ। ਪਰ ਫਿਰ ਵੀ ਜੇ ਉਹ 10 ਨੇ, ਸਿਕਿਉਰਿਟੀ ਗਾਰਡ ਇਕੱਲਾ ਹੈ, ਕੁਝ ਨਹੀਂ ਕਰ ਸਕਦਾ। ਭਾਵੇਂ ਉਹ ਬਾਡੀ ਬਿਲਡਰ ਹੈ, ਭਾਵੇਂ ਵੇਟ ਲਿਫਟਰ ਹੈ, ਭਾਵੇਂ ਕੁਝ ਵੀ ਹੈ ਜੀ, ਬਿਕਾਜ਼ ਤੁਸੀਂ ਕੀ ਜਾਣਦੇ ਹੋ ਕਿ ਉਹਦੇ ਕੋਲ ਕੀ ਹਥਿਆਰ ਹੈ। ਸੋ ਗਨ ਵੀ ਸਿਕਿਉਰਿਟੀ ਗਾਰਡ ਰੱਖ ਸਕਦਾ ਹੈ? ਗਨ ਦਾ ਲਾਇਸੈਂਸ ਲੈਣਾ ਪਊਗਾ ਜੀ, ਪਾਲ ਕਹਿੰਦੇ ਆ ਉਹਨੂੰ, ਪੋਜੀਸ਼ਨ ਆਫ ਆਰਮਡ ਲਾਇਸੈਂਸ, ਉਹ ਲੈਣਾ ਪੈਂਦਾ ਜੀ, ਉਸ ਤੇ ਰੱਖ ਸਕਦਾ। ਬਟ ਜਨਰਲੀ 99% ਕੇਸਿਸ ਦੇ ਵਿੱਚ ਸਿਕਿਉਰਿਟੀ ਗਾਰਡਸ ਕੋਲੇ ਗਨਸ ਨਹੀਂ ਹੁੰਦੀਆਂ। ਉਹੀ ਹੁੰਦੇ ਨੇ ਜਿਹੜੇ ਕੈਸ਼ ਕੈਰਿੰਗ ਜਾਂ ਆਰਮਰਡ ਵਹੀਕਲਸ ਦੇ ਵਿੱਚ ਉਹਨਾਂ ਕੋਲੇ ਹੁੰਦੀਆਂ ਜੀ ਜੀ। ਮੋਸਟਲੀ ਪ੍ਰੋਫੈਸ਼ਨ ਦੇ ਵਿੱਚ ਗਨਸ ਨਹੀਂ ਰੱਖਦੇ ਕੋਈ, ਇਹ ਦੋ ਚੀਜ਼ਾਂ ਹੀ ਰੱਖੀਆਂ ਜਾਂਦੀਆਂ। ਏਅਰਪੋਰਟ ਦੀ ਜੇ ਗੱਲ ਕਰੀਏ, ਏਅਰਪੋਰਟਸ ਦੇ ਉੱਪਰ ਅਸੀਂ ਜਦੋਂ ਜਾਂਦੇ ਹਾਂ, ਸਾਡਾ ਭਾਈਚਾਰੇ ਦੇ ਵਿੱਚ ਆਪਾਂ ਵੀ ਦੇਖਦੇ ਹਾਂ, ਅਸੀਂ ਦੇਸੀ ਘਿਓ, ਦੂਜਾ ਅਚਾਰ ਵਗੈਰਾ, ਸਾਡਾ ਅੱਜ ਕੱਲ੍ਹ ਟ੍ਰੈਂਡ ਹੈ ਕਿ ਅਸੀਂ ਉੱਥੋਂ ਪਾ ਕੇ ਲਿਆਉਣਾ ਜੀ, ਅੰਬ ਦਾ ਅਚਾਰ ਲੈ ਕੇ ਆਉਣਾ, ਦੇਸੀ ਘਿਓ ਲਿਆਉਣਾ। ਔਰ ਬਹੁਤ ਸਾਰੀਆਂ ਖਬਰਾਂ ਵੀ ਆਈਆਂ ਕਿ ਵੀ
5-6 ਕਿਲੋ ਦੇਸੀ ਘਿਓ ਜਿਹੜਾ ਉੱਥੇ ਨਾਲੀਆਂ ਦੇ ਵਿੱਚ ਰੋੜ ਨਾਲੀਆਂ 'ਚ ਰੋੜ ਉਹੀ ਕਰਦੇ ਨੇ। ਹਨ ਤੇ ਉਹ ਮੈਂ ਹੀ ਤੁਹਾਡੇ ਤੋਂ ਜਾਣਨਾ ਚਾਹਣਾ, ਔਰ ਮੈਂ ਵੀ ਚਾਹਣਾ ਕਿ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿਹੜੀਆਂ ਚੀਜ਼ਾਂ ਉਹ ਕੈਰੀ ਕਰਕੇ ਲੈ ਕੇ ਆਉਣ ਔਰ ਕਿਹੜੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕਦਾ, ਕਿਉਂਕਿ ਨਿੱਕੀ ਜੀ ਕੋਈ ਸ਼ੱਕੀ ਚੀਜ਼ ਦੇ ਨਾਲ ਵੀ ਆਪਣੀ PR ਜਾਂ ਤੁਹਾਡੀ ਜਿਹੜੀ ਹੋਰ ਚੀਜ਼ਾਂ ਉਹ ਖਤਰੇ ਦੇ ਵਿੱਚ ਆ ਸਕਦੀਆਂ। PR ਵਗੈਰਾ ਤੇ ਤਾਂ ਅਸਰ ਨਹੀਂ ਹੁੰਦਾ, ਕੈਰਿੰਗ ਉਹ ਤਾਂ ਹੋਊਗਾ ਜੇ ਫੀ ਕੈਰਿੰਗ ਡਰੱਗਸ ਵੈਪਨਸ। ਇੱਕ ਕਾਲ ਲੈ ਲਈਏ, ਮਾਫ ਕਰੋ, ਤਾਂ ਫਿਰ ਉਸ ਤੋਂ ਬਾਅਦ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀ ਜੀ। ਮੈਂ ਐਜ਼ ਅ ਕਮਿਸ਼ਨਰ ਜੌਬ ਕਰਦੀ ਹਾਂ 에어ਪੋਰਟ ਤੇ ਜੀ। ਤੇ ਮੇਰਾ ਜੋ ਅਲਟੀਮੇਟ ਗੋਲ ਹੈ ਉਹ CBS ਦੇ ਵਿੱਚ ਜਾਣ ਦਾ ਹੈ, ਕੈਨੇਡਾ ਬਾਰਡਰ ਸਰਵਿਸਿਜ਼ ਦੇ ਵਿੱਚ ਜੀ। ਕਿ ਜਿਹੜਾ ਮੇਰਾ ਐਕਸਪੀਰੀਅੰਸ ਆ ਮੈਨੂੰ ਹੁਣੇ ਹੀ ਹੋਇਆ ਕੰਮ ਸਟਾਰਟ ਕੀਤੇ ਆਲਮੋਸਟ ਅ ਈਅਰ, ਉਹ ਕਾਊਂਟ ਕਰੇਗਾ ਉਹਦੇ 'ਚ? ਦੁਬਾਰਾ ਸਵਾਲ ਪੁੱਛੋ ਜਰਾ ਆਪਣਾ, ਤੁਹਾਨੂੰ ਸਮਝ ਆ ਗਈ ਸਵਾਲ? ਸਮਝ ਆ ਗਈ। ਉਹ ਕਹਿੰਦੇ ਮੈਨੂੰ 10 ਸਾਲ ਦਾ ਤਜਰਬਾ ਹੈ ਤੇ ਉਸ ਮੈਨੂੰ CBS ਦੇ ਜੌਬ ਲਈ ਯੂਜ਼ਫੁਲ ਰਹੂਗਾ। ਬਹੁਤ ਸ਼ੁਕਰੀਆ। ਤੁਹਾਡਾ ਸਵਾਲ ਉਹਨਾਂ ਜਿਹੜੇ ਸਾਡੇ ਗੈਸਟ ਆਏ ਨੇ ਉਹਨਾਂ ਕੋਲ ਪਹੁੰਚ ਚੁੱਕਿਆ ਔਰ ਤੁਸੀਂ ਆਫ ਦੀ ਏਅਰ ਸੁਣ ਲਓ। ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਥੈਂਕ ਯੂ ਜੀ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਰਮਨਜੀਤ, ਹੈ ਇੱਥੇ ਇਸ ਮੁਲਕ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੋ ਤੂੰ ਸਿੱਖ ਕੇ ਆਇਆ ਹੈ ਆਪਣੇ ਕਿੱਤੇ ਵਿੱਚ ਭੁੱਲ ਜਾ। ਅੱਛਾ। ਦਰਵਾਜ਼ੇ ਤੋਂ ਬਾਹਰ ਰੱਖ ਦੇ, ਅਸੀਂ ਸਿਖਾਵਾਂਗੇ ਵੀ ਕੀ ਕਰਨਾ। ਉਹੀ ਤੈਨੂੰ ਮੰਨਣਾ ਪਊਗਾ। ਜੀ। ਪਰ ਫਿਰ ਵੀ ਜੇ ਆਪਾਂ ਇਹਨੂੰ ਕੰਪੇਅਰ ਕਰ ਲਈਏ ਆਪਣੇ ਕਮਿਊਨਿਟੀ ਦੇ ਵਿੱਚ, ਲੜਕੀਆਂ ਨੂੰ ਰੋਟੀ ਖਾਣਾ ਬਣਾਉਣਾ ਕਿਉਂ ਸਿਖਾਇਆ ਜਾਂਦਾ? ਜ਼ਰੂਰੀ ਨਹੀਂ ਹੈ ਨਾ। ਜੀ। ਪਰ ਜੇ ਹੈ ਤਾਂ ਸੋਨੇ ਤੇ ਸੁਹਾਗਾ ਹੈ ਨਾ। ਇਹ ਉਹੀ ਚੀਜ਼ ਹੈ ਜੀ। CBS ਇਹ ਬਿਲਕੁਲ ਨਹੀਂ ਮੰਨਦਾ। ਅੱਛਾ। ਉਹਦਾ ਐਗਜ਼ਾਮ ਹੈ, ਉਹਦਾ ਐਂਟਰੈਂਸ ਐਗਜ਼ਾਮ ਹੈ, ਉਸ ਤੋਂ ਬਾਅਦ ਉਹਨਾਂ ਦੀ ਆਪਣੀ ਟ੍ਰੇਨਿੰਗ ਹੈ। ਹਾਂ, ਨਾ ਕੋਈ ਤਰਜੀਹ ਦਿੰਦਾ ਹੈ ਜੀ। ਬਟ ਇੱਕ ਥੋੜਾ ਜਿਹਾ ਉਹ ਸੌਫਟ ਕਾਰਨਰ ਰੱਖਦੇ ਆ ਕਿ ਯੈਸ ਇਹਦੇ ਕੋਲੇ ਸਿਕਿਉਰਿਟੀ ਦਾ ਐਕਸਪੀਰੀਅੰਸ ਹੈ, ਤਾਂ ਇਹਨੂੰ ਜਿਹੜੇ ਨਿਟੀ ਗ੍ਰਿਟੀਜ਼ ਜਾਂ ਜਿਹੜੇ ਮਾੜੇ ਮੋਟੇ ਕੰਮ ਦਾ ਜਿਹੜਾ ਹੈ ਉਹ ਨੌਲੇਜ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਖਾਣੇ ਵਾਲੀਆਂ ਚੀਜ਼ਾਂ ਕਿਹੜੀਆਂ ਲਿਆ ਸਕਦੇ ਆ, ਕਿਹੜੀਆਂ ਨਹੀਂ ਲਿਆ ਸਕਦੇ। ਜੀ। ਜਾਂ ਉਹ ਸਾਰੀ ਚੀਜ਼ ਜਿਹੜੀ ਹੈ CBSE ਦੀ ਵੈਬਸਾਈਟ ਤੇ ਡਿਟੇਲ 'ਚ ਮਿਲ ਜਾਂਦੀ ਹੈ। ਮੋਸਟਲੀ ਆ ਚੀਜ਼ਾਂ ਸਾਰੀਆਂ ਅਲਾਉਡ ਨਹੀਂ ਹੈ ਜੇ, ਔਰ ਅੱਜ ਕੱਲ੍ਹ ਲੋਡ ਵੀ ਨਹੀਂ ਹੈ, ਕੋਈ ਨਹੀਂ ਲਿਆਉਂਦਾ। ਉਹ ਸਮਾਂ ਚਲਾ ਗਿਆ 2000 ਤੋਂ ਪਹਿਲਾਂ ਦਾ। ਨਹੀਂ, ਅੱਜ ਕੱਲ੍ਹ ਦਿਓਲ ਸਾਹਿਬ ਇਹ ਵੀ ਤੁਸੀਂ ਇਹ ਨਾ ਕਹੋ ਕਿ ਨਹੀਂ ਲਿਆਉਂਦੇ, ਬਹੁਤ ਸਾਰੀਆਂ ਨਿਊਜ਼ ਅੱਜ ਕੱਲ੍ਹ, ਹੁਣ ਤਾਂ ਖੈਰ ਕੋਵਿਡ ਕਰਕੇ ਰੁਕਿਆ ਹੀ ਹੋਇਆ ਸਾਰਾ ਕੁਝ, ਪਰ ਫਿਰ ਵੀ ਸਾਡੇ ਬਜ਼ੁਰਗਾਂ ਦੇ ਵਿੱਚ ਇੱਕ ਟ੍ਰੈਡੀਸ਼ਨ ਹੁੰਦਾ ਔਰ ਉਹ ਕਿਸੇ ਨਾ ਕਿਸੇ ਗਾਹੇ ਚੱਕਣ ਦੀ ਟਰਾਈ ਕਰਦੇ ਕਿ ਚਲੋ ਲੈ ਚਲੋ, ਕੁਝ ਨਹੀਂ ਹੁੰਦਾ। ਸਿਕਿਉਰਿਟੀ ਗਾਰਡ ਦੇ ਨਾਲ ਵੀ ਕੋਈ ਬਹੁਤੀ ਵਾਰੀ ਅਸੀਂ ਦਿੱਲੀ ਦੇ ਵਿੱਚ ਦੇਖਿਆ ਜਾਵੇ, ਖੈਬੜ ਤੇ ਦੇਖਿਆ, ਔਰ ਇਹ ਹੁੰਦਾ ਕਿ ਵੀ ਇਹਨੂੰ ਕੀ ਪਤਾ। ਸੋ ਕਹਿਣ ਦਾ ਭਾਵ ਇਹ ਹੈ ਵੀ ਉਦੋਂ ਅਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਕਿ ਭਾਈ ਸਿਕਿਉਰਿਟੀ ਵੀ ਇੱਕ ਕਿਸਮ ਦੀ ਆਪਣੀ ਡਿਊਟੀ ਨਿਭਾ ਰਹੀ ਹੈ। ਓਕੇ। ਉਹਨਾਂ ਦੇ ਮੈਡਮ ਦਾ ਜੋ ਪਹਿਲਾ ਕੁਐਸਚਨ ਸੀ ਉਹ 'ਚ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਐਡ ਕਰਨਾ ਚਾਹੂੰਗਾ। ਇਹੀ ਹੈ ਕਿ ਤੁਸੀਂ ਇੰਨਾ ਐਕਸਪੀਰੀਅੰਸ ਸਿਕਿਉਰਿਟੀ ਦਾ ਹੋਣ ਕਰਕੇ ਨਾ ਤੇ ਤੁਸੀਂ ਉਸ CBSE ਦੇ ਜੋ ਕੰਮ ਨੇ ਉਹ ਵੀ ਤਕਰੀਬਨ ਸੇਮ ਹੀ ਨੇ। ਜੀ। ਤਾਂ ਉਹਨਾਂ ਨੂੰ ਇੱਕ ਬੜੀ ਐਡਵਾਂਟੇਜ ਹੋ ਜਾਊਗੀ ਐਜ਼ ਕੰਪੇਅਰ ਟੂ ਅਦਰ ਕੈਂਡੀਡੇਟਸ ਇਨ ਕੰਪੀਟਿੰਗ ਐਂਡ ਰਾਈਟਿੰਗ ਦਾ ਟੈਸਟ। ਜੀ। ਕਿ ਉਹਨਾਂ ਨੂੰ ਬੇਸਿਕਸ ਪਤਾ ਨੇ। ਮਤਲਬ ਇਹਨਾਂ ਦੀ ਜਿਹੜੀ ਉਹ ਤਜਰਬਾ ਕਿਤੇ ਨਾ ਕਿਤੇ ਬਿਲਕੁਲ ਕੰਮ ਆਉਂਦਾ ਹੈ ਜੀ, ਬਹੁਤ ਕੰਮ ਆਉਂਦਾ ਹੈ। ਔਰ ਰਹੀ ਗੱਲ ਹੁਣ ਚੀਜ਼ਾਂ ਅਲਾਉਡ ਡਿਸਅਲਾਉਡ ਦੀਆਂ, ਉਹ ਇੱਕ ਆਪਣੇ ਜਿਵੇਂ ਕਿਹਾ ਕਿ ਇੱਕ ਪ੍ਰਥਾ ਹੀ ਬਣੀ ਹੋਈ ਹੈ, ਰਿਵਾਜ ਬਣੀ ਹੋਈ ਹੈ ਕਿ ਲੈ ਕੇ ਹੀ ਜਾਣਾ। ਕੁੜੀ ਕੋਲੇ ਚੱਲੇ ਆ, ਮੁੰਡੇ ਕੋਲੇ ਚੱਲੇ ਆ, ਬਹੂ ਕੋਲੇ ਚੱਲੇ ਆ ਤਾਂ ਲੈ ਕੇ ਹੀ ਜਾਣਾ। ਜੀ। ਹਾਲਾਂਕਿ ਅੱਜ ਕੱਲ੍ਹ ਸਭ ਕੁਝ ਇੱਥੇ ਮਿਲਦਾ ਹੈ। ਬਿਲਕੁਲ ਠੀਕ ਹੈ, ਸਭ ਮਿਲਦਾ ਜੀ। ਪਰ ਫਿਰ ਵੀ ਜੋ ਲਿਆਉਂਦੇ ਨੇ ਉਹ ਚਾਹੇ ਉਹ ਪੋਰਟ ਆਫ ਐਂਟਰੀ, ਪੋਰਟ ਆਫ ਡਿਪਾਰਚਰ ਤੋਂ ਜਾਂ ਪੋਰਟ ਆਫ ਐਂਟਰੀ ਤੇ ਕਿਤੇ ਨਾ ਕਿਤੇ ਫੜੇ ਜਾਂਦੇ। ਬਿਲਕੁਲ। ਤਾਂ ਫਿਰ ਉਹ ਚੀਜ਼ ਕੱਢ ਕੇ ਸਿੱਟ ਦਿੱਤੀ ਜਾਂਦੀ। ਜੀ। ਸੋ ਹੋਰ ਵੀ 2-3 ਚੀਜ਼ਾਂ ਜਿਹੜੇ ਪਹਿਲੂ ਨੇ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਵੇਂ ਬੱਚੇ ਸਾਡੇ ਇੱਥੇ ਆਉਂਦੇ ਨੇ ਜਾਂ ਨੌਜਵਾਨ ਪੀੜ੍ਹੀ ਇੱਥੋਂ ਦੀ ਵੀ ਬੋਰਨ ਹੈ, ਉਸ ਸਿਕਿਉਰਿਟੀ ਗਾਰਡ ਜੇ ਇੱਕ ਖੜਾ ਵਿਚਾਰਾ ਆਪਣੀ ਡਿਊਟੀ ਕਰ ਰਿਹਾ ਉਹਨੂੰ ਟਿੱਚ ਜਾਣਦੇ ਆ। ਮਤਲਬ ਉਹੀ ਸਵਾਲ ਨੇ ਪਰ ਉਹਨਾਂ ਦਾ ਰੂਪ ਹੋਰ ਬਣ ਰਿਹਾ। ਮੈਂ ਸਮਝ ਰਿਹਾ ਤੁਹਾਡੀ ਗੱਲ। ਤਾਂ ਫਿਰ ਉਦੋਂ ਸਿਕਿਉਰਿਟੀ ਗਾਰਡ ਜੇ ਮਤਲਬ ਤੁਸੀਂ ਦੱਸਿਆ ਕਿ ਵੀ ਆਪਣੀਆਂ ਪਾਵਰਸ ਨੂੰ ਯੂਜ਼ ਕਰ ਸਕਦਾ ਆਪਣੇ ਉਹਦੇ ਰਾਈਟ, ਪਰ ਕਈ ਵਾਰੀ ਉਹਨਾਂ ਨੂੰ ਵਿਚਾਰਿਆਂ ਨੂੰ ਖਤਰਾ ਵੀ ਇਸ ਚੀਜ਼ ਦਾ ਹੁੰਦਾ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨਾ, ਤਾਂ ਉਦੋਂ ਜਿਹੜੀਆਂ ਕੰਪਨੀ ਨੇ ਜਾਂ ਤੁਹਾਡੇ ਹੋਰ ਇਸ ਤਰ੍ਹਾਂ ਦੇ ਜਿਵੇਂ ਇੰਸ਼ੋਰੈਂਸ ਨੇ ਜਾਂ ਹੋਰ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਬਣ ਜਾਂਦੀਆਂ ਐਜ਼ ਏ ਕੰਪਨੀ ਦੇ ਲੀਡਰ ਦੇ ਤੌਰ 'ਤੇ? ਪਹਿਲਾਂ ਤਾਂ ਜੀ ਉਹ ਸਿਕਿਉਰਿਟੀ ਗਾਰਡ ਦੀ ਇੱਕ ਛੋਟੀ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਹਰ ਛੋਟੀ ਮੋਟੀ ਗੱਲ ਤੇ ਹੱਥੋਂ ਪਾਈ ਨਹੀਂ ਹੋਣਾ ਹੈ। ਪੇਸ਼ੈਂਸ ਰੱਖੇ। ਜੇ ਅਗਲਾ ਹੋ ਵੀ ਜਾਂਦਾ ਹੈ ਤਾਂ ਉਹਨੂੰ ਬੈਸਟ ਰਸਤਾ ਉਹਦੇ ਕੋਲ ਹੈ ਵਿਦਡਰਾ।
ਆਪਣੀ ਸੇਫਟੀ ਇਨਸ਼ੋਰ ਕਰੇ। ਜਿਵੇਂ ਬੈਂਕਾਂ ਦੇ ਵਿੱਚ ਜੇ ਇੱਥੇ ਕੋਈ ਲੁੱਟਣ ਆ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਉਹਨੂੰ ਹੱਥੋਂ ਪਾਈ ਹੋ ਜਾਓ ਜੀ, ਉਹ ਕਹਿੰਦਾ ਖੋਲ ਦੇ ਦਰਾਜ, ਲੈ ਜਾ ਜੋ ਜਾਣਾ ਲੈ ਜਾ, ਫੜ ਲਾਂਗੇ ਅਸੀਂ। ਉਹਨਾਂ ਨੂੰ ਟ੍ਰੇਨਿੰਗ ਹੀ ਦਿੱਤੀ ਜਾਂਦੀ, ਸਭ ਨੂੰ ਟ੍ਰੇਨਿੰਗ, ਸੇਮ ਵੇ ਸਿਕਿਉਰਿਟੀ ਗਾਰਡ ਨੂੰ ਇਹੀ ਟ੍ਰੇਨਿੰਗ ਹੈ। ਤੂੰ ਆਪਣੀ ਲਾਈਫ ਪਹਿਲਾਂ ਦੇਖਣੀ ਹੈ, ਫਿਰ ਉੱਥੇ ਅਦਾਰੇ ਦੇ ਦੂਸਰੇ ਲੋਕਾਂ ਦੇ ਅਦਾਰੇ ਦੀ ਚੀਜ਼ ਦੇਖਣੀ ਹੈ ਜੀ ਜੀ, ਸੇਫ ਹੈ ਨਹੀਂ ਹੈ, ਤੂੰ ਕੋਈ ਉਹ ਨਹੀਂ ਹੈ ਸੁਪਰਮੈਨ ਜੀ। ਹੁਣ ਫਰੰਟ ਲਾਈਨ ਵਰਕਰ ਦੇ ਤੌਰ ਤੇ ਸਿਕਿਉਰਿਟੀ ਗਾਰਡ ਨੂੰ ਇੱਕ ਜਿਵੇਂ ਕਹਿਣ ਦੋ ਕਿ ਦਰਜਾ ਦੇ ਦਿੱਤਾ ਗਿਆ, ਲੇਕਿਨ ਕੋਵਿਡ-19 ਦੇ ਚੱਲਦਿਆਂ ਮਤਲਬ ਬਹੁਤ ਸਾਰੀਆਂ ਡਿਊਟੀਆਂ ਆ ਜਿਹੜੀਆਂ ਸਿਕਿਉਰਿਟੀ ਗਾਰਡ ਨੇ ਵੀ ਬਹੁਤ ਹੀ ਸ਼ਿੱਦਤ ਦੇ ਨਾਲ ਨਿਭਾਈਆਂ। ਅਸੀਂ ਦੇਖਿਆ ਵੀ ਆ ਕਿ ਸਿਕਿਉਰਿਟੀ ਗਾਰਡ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ, ਔਰ ਕਈ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਨੂੰ ਇਹ ਜਿਹੜਾ ਵਾਇਰਸ ਆ ਪੋਜ਼ਿਟਿਵ ਵੀ ਆਇਆ, ਕਾਫੀ ਬਹੁਤ ਸਾਰੇ ਇਸ ਤਰ੍ਹਾਂ ਦੇ ਆਏ ਨੇ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਲਾਈਨ ਅਪ ਕਰਵਾ ਰਿਹਾ ਔਰ ਗਿਣ ਕੇ ਬੰਦੇ ਅੰਦਰ ਲੈ ਕੇ ਜਾ ਰਿਹਾ, ਫਿਰ ਵੀ ਕਈ ਵਾਰੀ ਅਸੀਂ ਉਹਦੇ ਨਾਲ ਵੀ ਅਸੀਂ ਆਪਣਾ ਗੁੱਥਮ-ਗੁੱਥਮੀ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਸਿਕਿਉਰਿਟੀ ਗਾਰਡ ਜਿਹੜਾ ਹੈ, ਇੱਕ ਤੁਸੀਂ ਵੀਡੀਓ ਤੁਸੀਂ ਵੀ ਦੇਖੀ ਹੋਣੀ ਹੈ ਕਿ ਵਾਲਮਾਰਟ ਦੇ ਵਿੱਚ ਉਹ ਮਾਸਕ ਪਾ ਕੇ ਨਹੀਂ ਜਾ, ਮਾਸਕ ਪਾ, ਹਾਂ ਉਹਨੂੰ ਧੱਕਾ ਮਾਰ ਕੇ ਉਹ ਨਿਕਲ ਰਿਹਾ, ਫਿਰ ਵੀ ਸਿਕਿਉਰਿਟੀ ਗਾਰਡ ਉਹਦੇ ਮਗਰ ਭੱਜ ਕੇ ਜਾ ਰਿਹਾ। ਕੀ ਉਹ ਸਿਕਿਉਰਿਟੀ ਗਾਰਡ ਉੱਥੇ ਆਪਣੀ ਜਗ੍ਹਾ ਤੇ ਸਹੀ ਸੀ? ਬਿਲਕੁਲ ਸਹੀ ਸੀ, ਪਰ ਜਿੱਥੇ ਤੁਸੀਂ ਉਹ ਆਪਣੀ ਜੇ ਜਾਣ ਦੀ ਕਿ ਜਿੱਥੇ ਉਹਨੂੰ ਲੱਗੇ ਖਤਰਾ ਹੈ, ਤਾਂ ਮੈਨੂੰ ਲੱਗਦਾ ਕਿ ਉਹ ਜਾਣ ਦਿੰਦਾ ਵੀ ਕੋਈ ਨਹੀਂ। ਪੁਲਿਸ ਤੁਸੀਂ ਦੇਖਿਆ ਹੋਣਾ ਕਿ ਉਹਦੇ ਮਗਰ ਜਾ ਕੇ ਉਹ ਆਇਲ ਤੱਕ ਗਿਆ ਉਹਦੇ ਪਿੱਛੇ ਜੀ, ਤਾਂ ਫਿਰ ਵੀ ਸੇਫ ਡਿਸਟੈਂਸ ਰੱਖ ਕੇ ਉਹਨੂੰ ਕਹਿ ਰਿਹਾ, ਹਾਲਾਂਕਿ ਉਹਨੂੰ ਧੱਕੇ ਮਾਰਦਾ, ਉਹ ਆਪ ਡਿੱਗ ਪਿਆ ਜੀ ਜੀ। ਲੋਕ ਹੱਸ ਰਹੇ ਨੇ, ਤਮਾਸ਼ਾ ਦੇਖ ਰਹੇ ਨੇ, ਪਰ ਉਹ ਫੇਰ ਉਹਦੇ ਮਗਰ ਗਿਆ, ਉਹਨੂੰ ਕਹਿੰਦਾ ਜਾ ਵੀ ਤੂੰ ਨਹੀਂ ਜਾਣਾ, ਉਹਨੂੰ ਕੁਰਾਲ ਕਰਕੇ, ਜਿਵੇਂ ਆਪਾਂ ਕਹਿੰਦੇ ਡੰਗਰ ਘੇਰ ਕੇ, ਤਾਂ ਉਹਨੇ ਕੁਰਾਲ ਕਰਕੇ ਉਹਨੂੰ ਬਾਹਰ ਕੱਢਤਾ। ਇੱਥੇ ਦੂਸਰੀ ਚੀਜ਼ ਹੋਰ ਹੈ, ਉਹਦੇ ਕੋਲੇ ਬੈਕਅਪ ਹੈ। ਬੈਕਅਪ ਦੋ ਤਰ੍ਹਾਂ ਦਾ ਜੀ, ਇੱਕ ਤਾਂ ਉਹਦੇ ਆਪਣੀ ਕੰਪਨੀ ਦਾ, ਸਭ ਕੋਲੇ ਅੱਜ ਕੱਲ੍ਹ ਸੈੱਲ ਫੋਨ ਨੇ, ਉਹਦੇ ਕੋਲ ਆਪਣੀ ਕੰਪਨੀ ਦਾ ਫੋਨ ਕੰਟਰੋਲ ਰੂਮ ਦਾ ਨੰਬਰ ਹੈ, ਉਹਨੂੰ ਕਰੂਗਾ ਵੀ ਮੇਰੇ ਨਾਲ ਆਹ ਸਿਚੁਏਸ਼ਨ ਹੋ ਗਈ, ਮੈਨੂੰ ਬੈਕਅਪ ਭੇਜ ਦੇ। ਪਰ ਫਿਰ ਵੀ ਕੋਈ ਵੀ ਬੈਕਅਪ ਚਾਹੇ ਕੰਪਨੀ ਦਾ, ਪੁਲਿਸ ਤਾਂ ਕਈ ਵਾਰੀ 4-4 ਘੰਟੇ ਨਹੀਂ ਆਉਂਦੀ, 6-6 ਘੰਟੇ ਨਹੀਂ ਆਉਂਦੀ। ਉਹ ਕਹਿੰਦੇ ਆ ਕਿ ਵੀ ਸਾਡੇ ਕੋਲ ਹੋਰ ਬਹੁਤ ਜ਼ਰੂਰੀ ਕੰਮ ਹੈ, ਇਹ ਛੋਟੇ ਮੋਟਿਆਂ ਲਈ ਕੰਮ ਨਹੀਂ ਜਾਂਦੇ ਜੀ। ਸੋ ਇੱਕ ਨਾਲ ਦੀ ਨਾਲ ਹੋਰ ਸਵਾਲ, ਸਮਾਂ ਬੜਾ ਸਾਡਾ ਤੇਜ਼ੀ ਨਾਲ ਵੱਧ ਰਿਹਾ। ਸੋ ਜਦੋਂ ਹਰੇਕ ਬੰਦਾ ਜਾਂ ਹਰੇਕ ਵਿਅਕਤੀ ਦੀ ਸੋਚ ਹੁੰਦੀ ਹੈ ਕਿ ਮੈਂ ਵਾਈਟ ਕਾਲਰ ਜੌਬ ਕਰਾਂ, ਸਿਕਿਉਰਿਟੀ ਵੀ ਇੱਕ ਸਾਫ਼ ਸੁਥਰੀ ਜੌਬ ਹੈ, ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਸਿਕਿਉਰਿਟੀ ਕਿੱਤਾ ਹੈ ਕਿੰਨਾ ਕੁ ਚੰਗਾ? ਔਰ ਕਿਉਂਕਿ ਤੁਸੀਂ ਤਾਂ ਚੰਗਾ ਕਹਿਣਾ ਹੀ ਹੈ, ਪਰ ਕਿੰਨਾ ਲੋਕਾਂ ਲਈ ਉਹ ਚੰਗਾ ਹੈ, ਔਰ ਕਿਹੜੇ ਲੋਕ ਇਸ ਨੂੰ ਸਿਕਿਉਰਿਟੀ ਦੇ ਵਿੱਚ ਆਉਣ ਦੇ ਨਾਲ ਆਪਣੀ ਸ਼ਿੱਦਤ ਦੇ ਨਾਲ ਡਿਊਟੀ ਨਿਭਾ ਸਕਣ? ਦੇਖੋ, ਬੇਸਿਕਲੀ ਆਪਾਂ ਇਹ ਨਹੀਂ ਕੋਈ ਕਹਿੰਦੇ ਵੀ ਇੱਥੇ ਕੋਈ ਆਪਾਂ ਡਿਫਰੈਂਸ਼ੀਏਟ ਕਰਦੇ ਹਾਂ ਵੀਕਰ ਸੈਕਸ ਜਾਂ ਦੂਸਰਾ ਸੈਕਸ, ਇੱਦਾਂ ਮੰਨੀਏ ਕਿ ਔਰਤਾਂ ਨਹੀਂ ਕਰ ਚੰਗਾ ਹੈ ਜਾਂ ਬੰਦਿਆਂ ਲਈ। ਇਹੀ ਸਵਾਲ ਸੀ ਮੇਰਾ ਕਿ ਵੀ ਔਰਤਾਂ ਲਈ, ਮਰਦਾਂ ਲਈ ਜਾਂ ਬੱਚਿਆਂ, ਜਿਹੜੇ ਬੱਚੇ ਤੋਂ ਭਾਵ 18 ਤੋਂ ਵੱਧ ਹੈ, ਤੇ ਉਹਨਾਂ ਲਈ ਇਹ ਕਿਹੜੇ ਉਹ ਜਿਹੜੀ ਕੈਟਾਗਰਾਈਜ਼ ਕਰ ਸਕਦੇ ਕਿ ਇਹਨਾਂ ਲਈ ਇਹ ਬੈਸਟ ਜੌਬ ਹੈ? ਕੋਈ ਵੀ ਕਰ ਸਕਦਾ ਹੈ, ਦੇयर इज नो ਕਾਈਂਡ ਆਫ ਸਪੈਸੀਫਿਕ ਕਿ ਆਹੀ ਲੋਕ ਕਰ ਸਕਦੇ ਨੇ, ਸਭ ਕਰ ਸਕਦੇ ਆ। ਪਰ ਜਿਵੇਂ ਆਪਾਂ ਗੱਲ ਕੀਤੀ ਕਿ ਜਿੱਥੇ ਕੋਈ ਵੀ ਵੇਅਰ ਹਾਊਸ ਹੈ ਜਾਂ ਫੈਕਟਰੀ ਹੈ, ਉਹਦੇ ਵਿੱਚ ਹੱਡ ਭੰਨਵੀਂ ਮਿਹਨਤ ਹੈ ਜੀ, ਤਾਂ ਹੁਣ ਜਿਸ ਆਦਮੀ ਨੂੰ ਜਿਸਮਾਨੀ ਤੌਰ ਤੇ ਨਹੀਂ ਕਰ ਸਕਦਾ, ਤਾਂ ਉਹਦੇ ਲਈ ਤਾਂ ਫਿਰ ਅੱਛਾ ਹੀ ਹੈ ਨਾ। ਬਿਲਕੁਲ ਠੀਕ, ਕਿ ਡੈਸਕ ਜੌਬ ਹੈ, ਉਹ ਚਾਹੇ ਉਹ ਫਰੰਟ, ਜਿਵੇਂ ਤੁਹਾਡਾ ਫਰੰਟ ਡੈਸਕ ਤੇ ਬੈਠਾ ਹੈ ਜੀ, ਜੋ ਡਿਊਟੀ ਉਹਨੂੰ ਦਿੱਤੀ ਗਈ ਹੈ ਉਹਨੇ ਕਰਨੀ ਹੈ। ਰਾਤ ਨੂੰ ਉਹਨੂੰ ਕਿਹਾ ਕਿ ਬਾਹਰ ਅੰਦਰ ਰਾਊਂਡ ਲਾਉਣੇ ਆ, ਬੱਤੀਆਂ ਦੇਖਣੀਆਂ, ਜੋ ਵੀ ਉਹਨੂੰ ਕਿਹਾ ਉਹ ਕਰਨਾ ਹੈ। ਸੋ ਇਹਦੇ ਵਿੱਚ ਕੋਈ ਹੱਡ ਬਣਾਉਣ ਵਾਲੀ ਗੱਲ ਨਹੀਂ ਹੈ ਜੀ ਜੀ। ਜਿੱਦਾਂ ਆਪਾਂ ਖਤਰਿਆਂ ਦੀ ਗੱਲ ਕੀਤੀ, ਲੋਕਾਂ ਦਾ ਖਹਿਬੜਨਾ ਜਾਂ ਹੱਥਾਪਾਈ ਹੋਣੀ, ਉਹ ਖਤਰਾ ਨਹੀਂ ਹੈ, ਉਹਦੀ ਟੈਕਨੀਕਸ ਨੇ, ਉਹ ਸਿਖਾਈਆਂ ਜਾਂਦੀਆਂ। ਜੇ ਆਪਾਂ ਉਹਨੂੰ ਵਰਤੀਏ ਤਾਂ ਸਭ ਤੋਂ ਵਧੀਆ, ਸੇਫ ਔਰ ਈਜ਼ੀ ਤਾਂ ਮੈਂ ਕਹੂੰਗਾ ਨਹੀਂ, ਬਟ ਇੱਕ ਅੱਛੀ ਜੌਬ ਹੈ ਜੀ। ਤੁਸੀਂ ਜਦੋਂ ਤੁਹਾਡੇ ਕੋਈ, ਜੇ ਤੁਸੀਂ ਹਾਇਰਿੰਗ ਕਰਦੇ ਆ, ਤਾਂ ਤੁਸੀਂ ਵੀ ਆਪਣੇ ਵੱਲੋਂ ਜਾਂ ਆਪਣੀ ਕੰਪਨੀ ਵੱਲੋਂ ਕੁਝ ਖਾਸ ਤਰ੍ਹਾਂ ਦੇ ਨਾਰਮਸ ਸੈੱਟ ਕੀਤੇ ਨੇ, ਜਾਂ ਤੁਸੀਂ ਕੋਈ ਸਿਕਿਉਰਿਟੀ ਦੀ ਟ੍ਰੇਨਿੰਗ ਬਕਾਇਦਾ ਦਿੰਦੇ ਹੋ? ਬਿਲਕੁਲ, ਇਹ 'ਚ ਦੋ ਤਰ੍ਹਾਂ ਦੀ ਅਸੀਂ ਟ੍ਰੇਨਿੰਗ ਦਿੰਦੇ ਹਾਂ ਜੀ। ਇੱਕ ਤਾਂ ਹੈਗੀ ਹੈ ਕਿ ਅਸੀਂ ਉਹਨੂੰ ਇੱਕ ਜਿਵੇਂ ਸੈੱਟ ਇੱਕ ਬਣਿਆ ਹੋਇਆ ਕਿ ਜੀ ਆਹ ਕਰਨਾ, ਆਹ ਨਹੀਂ ਕਰਨਾ, ਆਹ ਕਰਨਾ, ਨਹੀਂ ਕਰਨਾ। ਦੂਸਰਾ ਹੈਗਾ ਸਾਈਟ ਸਪੈਸੀਫਿਕ ਜੀ। ਸਾਈਟ ਸਪੈਸੀਫਿਕ ਮਾਨੇ ਜਿਵੇਂ ਹੁਣ ਵਿਜ਼ਨ ਪੰਜਾਬ ਨੇ ਸਿਕਿਉਰਿਟੀ ਹਾਇਰ ਕਰ ਲਈ ਸਾਡੇ ਕੋਲੋਂ, ਤੁਸੀਂ ਠੀਕ ਹੈ 10-11 ਵਜੇ 12 ਵਜੇ ਬੰਦ ਕਰਕੇ ਚਲੇ ਜਾਂਦੇ ਹੋ ਜੀ, ਬਟ ਸਿਕਿਉਰਿਟੀ ਹੈ, ਤੁਸੀਂ ਸਾਨੂੰ ਕਹਿਤਾ ਵੀ ਮੈਨੂੰ ਆਹ ਚੀਜ਼ ਚੈੱਕ ਚਾਹੀਦੀ ਹੈ, ਹੁਣ ਅਸੀਂ ਉਹ ਰਾਤ ਵਾਲੇ ਤੋਂ ਕਰਾਉਣੀ ਹੈ, ਠੀਕ ਹੈ। ਫਿਰ ਅਸੀਂ ਉਹਨੂੰ ਇੱਥੇ ਟ੍ਰੇਨਿੰਗ ਦੇਣੀ ਹੈ ਕਿ ਵੀ ਮਸ਼ੀਨ ਰੂਮ ਇੱਥੇ ਹੈ, ਫਾਇਰ ਐਕਸਟਿੰਗੁਇਸ਼ਰ ਇੱਥੇ ਹੈ, ਆਹ ਦਰਵਾਜ਼ੇ ਦਾ ਲੌਕ ਇੱਥੇ ਹੈ, ਅਲਾਰਮਸ ਵਗੈਰਾ, ਆਹ ਅਲਾਰਮ ਇੱਥੇ ਨੇ, ਆਹ ਵੱਜੇ ਤਾਂ ਕੀ ਕਰਨਾ ਜੀ, ਆਹ ਵੱਜੇ ਤਾਂ ਕਿਹਨੂੰ ਬੁਲਾਉਣਾ। ਸੋ ਦੈਟ ਕਾਈਂਡ ਆਫ ਸਪੈਸੀਫਿਕ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਜਿਹਦੇ ਨਾਲ ਕਿ ਸਾਡਾ ਜਿਹੜਾ ਕਲਾਇੰਟ ਹੈ ਉਹ ਚੈਨ ਦੀ ਨੀਂਦ ਸੌਂ ਸਕੇ। ਸੋ ਬਹੁਤ ਸਾਰੇ ਅੱਜ ਸਾਨੂੰ ਕਾਲਸ ਵੀ ਆ ਰਹੀਆਂ, ਮੈਂ ਮਾਫ ਕਰਨਾ ਤੁਹਾਡੀਆਂ ਕਾਲਸ ਵੀ ਨਹੀਂ ਲੈ ਪਾ ਰਿਹਾ ਕਿਉਂਕਿ ਸਮਾਂ ਬੜਾ ਸੀਮਤ ਸੀ, ਔਰ ਮੈਂ ਦਿਓਲ ਸਾਹਿਬ ਤੋਂ ਬਹੁਤ ਹੋਰ ਜਾਣਕਾਰੀ ਲੈਣੀ ਚਾਹੁੰਦਾ ਸੀ, ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ, ਤੁਹਾਡੀਆਂ ਕਾਲਸ ਨਹੀਂ ਲੈ ਸਕਿਆ।
ਤੁਸੀਂ ਦਿਓਲ ਸਾਹਿਬ ਜਾਂਦੇ ਜਾਂਦੇ ਇਹ ਜ਼ਰੂਰ ਦੱਸ ਕੇ ਜਾਓ ਕਿ ਜਿਹੜੇ ਬੱਚੇ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਨੌਜਵਾਨ ਜਿਹੜੇ ਹੋਰ ਸਿਕਿਉਰਿਟੀ ਦੀ ਜੌਬ ਦੇ ਵਿੱਚ ਆਉਣਾ ਚਾਹੁੰਦੇ ਆ, ਤੁਸੀਂ ਕਿਸ ਕਿਸਮ ਦੀ ਉਹਨਾਂ ਦੀ ਮਦਦ ਕਰ ਸਕਦੇ ਹੋ? ਐਜ਼ ਏ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ ਤਾਂ ਤੁਹਾਨੂੰ ਕਿਹੜੇ ਨੰਬਰ 'ਤੇ ਉਹ ਤੁਹਾਨੂੰ ਸੰਪਰਕ ਕਰਨ? ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹੈ, ਕਈ ਵਾਰੀ ਸਹੀ ਜਿਹੜੀ ਜਾਣਕਾਰੀ ਹੈ, ਦਿਓਲ ਸਾਹਿਬ ਮਾਫ ਕਰਨਾ, ਬਹੁਤ ਸਾਰੇ ਇੱਥੇ ਦੇਖੇ ਨੇ ਕੋਈ ਸਹੀ ਜਾਣਕਾਰੀ ਵੀ ਨਹੀਂ ਪ੍ਰੋਵਾਈਡ ਕਰਦੇ, ਦਿੱਤੀ ਨਹੀਂ ਜਾਂਦੀ। ਅਗਲਾ ਕਹਿੰਦਾ ਤੁਸੀਂ ਆਫਿਸ ਆਓ ਜੀ, ਉਹ ਕਰੋ। ਪਰ ਮੈਂ ਚਾਹਣਾ ਕਿ ਅੱਜ ਤੁਸੀਂ ਦਰਸ਼ਕਾਂ ਨੂੰ, ਜਿਹੜੇ ਵੀ ਸਾਡਾ ਪ੍ਰੋਗਰਾਮ ਦੇਖ ਰਹੇ, ਜਿਹੜੇ ਸਿਕਿਉਰਿਟੀ ਦੀ ਜੌਬ ਦੇ ਵਿੱਚ ਆਉਣਾ ਚਾਹੁੰਦੇ ਆ, ਉਹਨਾਂ ਨੂੰ ਆਪਣਾ ਨੰਬਰ ਜ਼ਰੂਰ ਦੇ ਕੇ ਜਾਓ ਔਰ ਉਹਨਾਂ ਨੂੰ ਉੱਥੇ ਬੈਠ ਕੇ, ਮੈਂ ਕਹਿੰਦਾ ਵੀ 2-4 ਜਿਹੜੀਆਂ ਗੱਲਾਂ ਨੇ ਖਾਸ ਕਿਸਮ ਦੀਆਂ, ਉਹ ਜ਼ਰੂਰ ਸਮਝਾ ਦਿਓ ਕਿ ਵੀ ਤੁਹਾਡੇ ਲਈ ਇਹ ਕਿੱਤਾ ਹੈ ਜਾਂ ਨਹੀਂ ਹੈ। ਹਾਂ ਰਮਨ ਜੀ, ਇਹ ਬੜੀ ਅੱਛੀ ਤੁਸੀਂ ਗੱਲ ਕੀਤੀ। ਪਹਿਲਾਂ ਤਾਂ ਮੈਂ ਆਪਣੀ ਕੰਪਨੀ ਦਾ ਨਾਂ, ਨੰਬਰ ਤੇ ਵੈਬਸਾਈਟ ਦੱਸੂਗਾ ਜੀ, ਉਹ ਪਲੀਜ਼ ਤੁਸੀਂ ਨੋਟ ਕਰ ਲਓ। ਮੇਰੀ ਕੰਪਨੀ ਦਾ ਨਾਮ ਹੈ D&G, ਡੈਲਟਾ ਐਂਡ ਗੋਲਫ ਫॉर G ਸਿਕਿਉਰਿਟੀ ਇਨਕਾਰਪੋਰੇਟਡ। ਤੇ ਨੰਬਰ ਹੈ, ਡਾਇਰੈਕਟ ਨੰਬਰ ਮੇਰਾ 416 550 8458 ਜੀ। ਤੇ ਵੈਬਸਾਈਟ ਹੈ ਸਾਡੀ DG ਡੈਲਟਾ ਗੋਲਫ ਸਿਕਿਉਰਿਟੀ, ਸਿਆਰਾ ਇਕੋ ਚਾਰਲੀ ਯੂਨੀਫਾਰਮ ਰੋਮੀਓ ਇੰਡੀਆ ਟੈਂਗੋ ਯਾਟ ਇੰਕ ਜੀ .com। ਇਹ ਤੁਹਾਡੀ ਸਾਈਟ, ਇੱਥੋਂ ਸਾਰੀ ਜਾਣਕਾਰੀ ਮਿਲ ਸਕਦੀ ਹੈ। ਬਾਕੀ ਅਸੀਂ ਤੁਹਾਨੂੰ ਹਰ ਕਿਸਮ ਦਾ ਪੂਰਾ ਸਹਿਯੋਗ ਕਰਾਂਗੇ, ਰਾਈਟ ਫਰੋਮ ਟ੍ਰੇਨਿੰਗ, ਲਾਇਸੈਂਸਿੰਗ, ਹੋਰ ਕਿਸੇ ਕਿਸਮ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਕਾਲ ਕਰ ਸਕਦੇ ਹੋ, ਸਮਾਂ ਕੱਢ ਕੇ ਜਿੱਥੇ ਮਿਲਣਾ ਚਾਹੋ ਮਿਲ ਸਕਦੇ ਹੋ। ਔਰ ਅਸੀਂ ਓਪਨ ਹੈ। ਸਾਡਾ ਮੇਨ ਮਕਸਦ, ਠੀਕ ਹੈ, ਬਿਜ਼ਨਸ ਹੈ, ਫॉर ਪ੍ਰੋਫਿਟ ਹੈ, ਪਰ ਨਿਰਾ ਪ੍ਰੋਫਿਟ ਨਹੀਂ ਹੈ। ਮੇਨ ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਕਮਿਊਨਿਟੀ ਨੂੰ ਪੇ ਬੈਕ ਕਰਨਾ ਚਾਹੁੰਦੇ ਹਾਂ। ਜੀ ਜੀ। ਕਿ ਜਿੱਥੇ ਸਾਡੀ ਕਮਿਊਨਿਟੀ ਨੀਮ ਹਕੀਮ ਨੇ ਕਬਜ਼ਾ ਕੀਤਾ ਹੋਇਆ ਹੈ ਔਰ ਉਹਨੂੰ ਕਾਫੀ ਜ਼ਿਆਦਾ ਸਾਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ, ਤਾਂ ਉਹ ਚੀਜ਼ਾਂ ਅਸੀਂ ਖਤਮ ਕਰਕੇ ਡਾਇਰੈਕਟ ਅਥੈਂਟਿਕ ਜਾਣਕਾਰੀ ਦੇਣਾ ਚਾਹੁੰਦੇ ਹਾਂ, ਜਿਹੜੀ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ, ਵੈਰੀਫਾਈ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਦਿਓਲ ਸਾਹਿਬ, ਅੱਜ ਤੁਸੀਂ ਸਟੂਡੀਓ ਦੇ ਵਿੱਚ ਆ ਕੇ ਸਿਕਿਉਰਿਟੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ। ਔਰ ਮੈਂ ਆਪਣੇ ਵੱਲੋਂ ਇੱਕ ਪਰਸਨਲੀ ਤੁਹਾਨੂੰ ਰਿਕੁਐਸਟ ਕਰਦਾ ਕਿ ਜਿੰਨੀਆਂ ਵੀ ਤੁਹਾਨੂੰ ਕਾਲਸ ਆਉਣ, ਬੱਚਿਆਂ ਦੀ ਮਦਦ ਜ਼ਰੂਰ ਕਰਿਓ ਔਰ ਜੇ ਹੋ ਸਕੇ ਤਾਂ ਉਹਨਾਂ ਦੀ ਜਿਹੜੀ ਵੀ ਉਹਨਾਂ ਦੀ ਬਣਦੀ ਜਾਣਕਾਰੀ ਆ ਉਹਨਾਂ ਨੂੰ ਉੱਥੇ ਬੈਠ ਕੇ ਤੁਸੀਂ ਫੋਨ ਤੇ ਸਮਝਾ ਦਿਓ ਤਾਂ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰੀ ਹੋਵਾਂਗਾ। ਰਮਨ ਜੀ ਸ਼ੁਕਰੀਆ, ਮਿਹਰਬਾਨੀ, ਤੁਸੀਂ ਸਮਾਂ ਦਿੱਤਾ ਔਰ ਸਾਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਆਉਣ ਦਾ ਮੌਕਾ ਦਿੱਤਾ। ਔਰ ਅਸੀਂ ਇਹ ਪ੍ਰੋਮਿਸ ਕਰਦਾ ਮੈਂ ਕਿ ਹਾਂ, ਅੱਧੀ ਰਾਤ ਨੂੰ ਕੋਈ ਫੋਨ ਕਰੂ ਤਾਂ ਉਹ ਤਾਂ ਨਹੀਂ ਮੈਂ ਚੱਕੂਗਾ। ਬਸ ਜਦੋਂ ਵੀ ਵਰਕਿੰਗ ਟਾਈਮ ਦੇ ਵਿੱਚ ਫੋਨ ਕਰਨਗੇ ਤਾਂ ਮੈਂ ਜ਼ਰੂਰ ਹਮੇਸ਼ਾ ਆਨਸਰ ਕਰਦਾ। ਔਰ ਜਿੰਨੀ ਮਦਦ ਅਸੀਂ ਪਿਛਲੇ ਸਾਲ ਜੁਲਾਈ ਤੋਂ ਕੰਮ ਸ਼ੁਰੂ ਕੀਤਾ ਸੀ, ਸਾਨੂੰ ਕੰਟਰੈਕਟਸ ਮਿਲਣੇ ਸ਼ੁਰੂ ਹੋਏ ਤਾਂ ਸਾਰੇ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਹੀ ਅਸੀਂ ਹਾਇਰ ਕੀਤੇ। ਔਰ ਅੱਜ ਵੀ ਸਾਡੇ ਕੋਲੇ 10 ਬੰਦੇ ਇੰਟਰਨੈਸ਼ਨਲ ਸਟੂਡੈਂਟ ਹੀ ਨੇ। ਹਾਲਾਂਕਿ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਨਸਲਵਾਦ ਇੱਥੇ ਇੰਨਾ ਹੈ। ਸਾਨੂੰ ਐਸੇ ਕਲਾਇੰਟ ਮਿਲਦੇ ਆ ਜਿਹੜੇ ਸਿੱਧਾ ਕਹਿੰਦੇ ਆ, ਉਹ ਮੈਨੂੰ ਦੇਸੀ ਨਹੀਂ ਚਾਹੀਦੇ, ਕਾਲੇ ਚਾਹੀਦੇ ਆ। ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਦਿਸ ਇਜ਼ ਕ੍ਰਾਈਮ, ਤੂੰ ਨਸਲਵਾਦ ਕਰ ਰਿਹਾ ਹੈ, ਵੀ ਆਰ ਨਾਟ ਪਾਰਟ ਆਫ ਦਿਸ। ਮੈਂ ਕਿੱਦਾਂ ਕਹਿ ਦਿਆਂ ਮੈਂ ਕਿ ਮੇਰਾ ਬੰਦਾ ਪੰਜਾਬੀ ਹੈ ਜਾਂ ਇੰਡੀਅਨ ਹੈ ਤਾਂ ਉਹਨੂੰ ਕਹਾਂ ਤੈਨੂੰ ਕੰਮ ਨਹੀਂ ਦੇਣਾ, ਆਈ ਕਾਂਟ ਡੂ ਦੈਟ। ਤਾਂ ਉਹ ਮਤਲਬ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਬਿਲਕੁਲ ਮੈਕਸਿਮਮ ਹੈ ਇਹ। ਆਪਣੇ ਲੋਕ ਹੀ, ਅੱਛਾ, ਆਪਣੀ ਕਮਿਊਨਿਟੀ ਹੀ, ਆਪਣੀ ਕਮਿਊਨਿਟੀ ਆਪਾਂ ਨੂੰ ਕਹਿੰਦੀ ਹੈ ਕਿ ਦੇਸੀ ਨਹੀਂ ਚਾਹੀਦਾ, ਦੇਸੀ ਨਹੀਂ ਚਾਹੀਦੇ। ਔਰ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਹੈ। ਔਰ ਫਿਰ ਉਹਨਾਂ ਨੂੰ ਸਮਝਾਇਆ ਜਾਂਦਾ ਹੈ, ਉਹ ਵੀ ਪਤਾ ਕਾਲਿਆਂ ਤੋਂ ਡਰਦੇ ਆ ਆਪਣੇ, ਜਿੱਦਾਂ ਤੁਸੀਂ ਕਿਹਾ ਸ਼ਰਾਬ ਪੀ ਕੇ ਸੋ। ਪਰ ਮੈਂ ਬੜਾ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਕੇ ਜਿਹੜੀਆਂ ਬਾਕੀ ਦੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਔਰ ਦੱਸੀਆਂ, ਔਰ ਤੁਸੀਂ ਜਾਣਕਾਰੀ ਵੀ ਬਾਖੂਬੀ ਦਿੱਤੀ ਹੈ। ਔਰ ਹੋਰ ਵੀ ਤੁਸੀਂ ਜਿਹੜਾ ਵੀ ਤੁਹਾਨੂੰ ਕੋਈ ਕਾਲ ਕਰੇ ਤਾਂ ਤੁਸੀਂ ਦਿੰਦੇ ਰਹਿਣਾ। ਸ਼ੁਕਰੀਆ ਤੁਹਾਡਾ ਦਿਓਲ ਸਾਹਿਬ। ਰਮਨ ਜੀ ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਸੋ ਤੁਹਾਡਾ ਵੀ ਦਰਸ਼ਕੋ ਸ਼ੁਕਰੀਆ। ਔਰ ਜਿਹੜੇ ਸਾਡੇ ਗੈਸਟ ਆਉਂਦੇ ਨੇ ਉਹਨਾਂ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ। ਸਾਡਾ ਜਾਂ ਸਾਡੇ ਪ੍ਰੋਗਰਾਮ ਦਾ, ਸਾਡੇ ਟੀਵੀ ਦੇ ਉੱਪਰ ਟੀਮ ਦਾ ਸਹਿਮਤ ਜਾਂ ਅਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਵਿਚਾਰ ਆਪੋ ਆਪਣੇ ਹੈ। ਔਰ ਜੇ ਕਿਸੇ ਕਿਸਮ ਕਰਕੇ ਕਿਸੇ ਨੂੰ ਅਸੀਂ ਪਿਨ ਪੁਆਇੰਟ ਲੱਗਦਾ ਤਾਂ ਅਸੀਂ ਕੀਤਾ ਹੈ, ਪਰ ਸਾਡੇ ਕੋਈ ਮਕਸਦ ਨਹੀਂ ਹੈ ਕਿ ਅਸੀਂ ਕਿਸੇ ਨੂੰ ਪਿਨ ਪੁਆਇੰਟ ਕਰੀਏ। ਅਸੀਂ ਸਿਰਫ ਤੇ ਸਿਰਫ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਅਸੀਂ ਖਿਮਾ ਤੇ ਜਾਚਕ ਹਾਂ ਜੇ ਤੁਸੀਂ ਸਾਡੀ ਕਿਸੇ ਵੀ ਗੱਲ ਤੋਂ ਦੁਖੀ ਜਾਂ ਹਰਟ ਹੋਏ ਆ ਤਾਂ। ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਵਿਜ਼ਨ ਪ੍ਰਾਈਮ ਟਾਈਮ ਦੇਖਿਆ ਜ਼ਰੂਰ ਕਰਿਆ ਕਰੋ। ਔਰ ਸਮਾਂ ਜਿਹੜਾ 7 ਤੋਂ 8 ਹੁੰਦਾ ਹੈ, ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਇਸ ਪ੍ਰੋਗਰਾਮ ਦਾ ਜ਼ਰੂਰ ਆਨੰਦ ਮਾਣਿਆ ਕਰੋ। ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਦੇ ਨਾਲ ਫਿਰ ਸੋਮਵਾਰ ਨੂੰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਘਰਾਂ 'ਚ ਰਹੋ, ਖੁਸ਼ ਰਹੋ, ਸ਼ਬ ਬਖੈਰ।